बिरही नाती रोद जिस प्यारे स्योने हो तिस आगे मर चलिए। त्रिग जीवन संसार ताकै पाछै जीवन परिदा। दरियावे कन्ने बागुला बैठा केल करेंदे हंजनो। केल करेंदे हंजनो अचिंते बाज पए तिस रब दे केलां विसरियां। जो मन चित ना चेते सन सो गाली रब कीयां। साढ़े त्रै मन देहरी चलै पानी अन्न। आयो बंदा दुनी विच आयो बंदा दुनी विच वत असूनी बन। मल कल मौत जावसी सब दरवाजे भन। तिन्ना प्यारियां भाइयां अग्गे दिता बन। वेखो बंदा चलिया चौं जणियां दा कन्न। फरीदा अमल जे कीते दुनी विच दरगह आए कम। किते होणगे संजोगां नाल मेले। नदियां दे नीर विछड़े हुण तां होणगे संजोगां नाल मेले। नदियां दे नीर विछड़े होणगे संजोगां नाल मेले। नदियां दे नीर विछड़े किते होणगे संजोगां नाल मेले। नदियां दे नीर विछड़े होणगे संजोगां नाल मेले। नदियां दे नीर विछड़े किते होणगे संजोगां नाल मेले। नदियां दे नीर विछड़े किते होणगे संजोगां नाल मेले। संजोगां नाल मेले नदियां दे नीर विछड़े हुण तां होणगे संजोगी मेले। नदियां दे नीर विछड़े होणगे संजोगां नाल मेले। नदियां दे नीर विछड़े हुण तां होणगे संजोगां नाल मेले। नदियां दे नीर विछड़े होणगे संजोगां नाल मेले। नदियां दे नीर विछड़े किते होणगे संजोगां नाल मेले। नदियां दे नीर विछड़े नदियां दे जी नीर विछड़े। नदियां दे प्यारे ओ नीर विछड़े। नदियां दे जी नीर विछड़े। नदियां दे नीर विछड़े। नदियां दे जी नीर विछड़े। नदियां दे नीर विछड़े
ਨਦੀਆਂ ਦੇ ਨੀਰ ਵਿਛੜੇ ਹੁਣ ਤਾਂ ਨਦੀਆਂ ਦੇ ਜੀ ਸੰਗ ਤੇ ਨੀਰ ਵਿਛੜੇ ਹੋਣਗੇ ਸੰਜੋਗਾਂ ਨਾਲ ਮੇਲੇ ਨਦੀਆਂ ਦੇ ਨੀਰ ਵਿਛੜੇ ਹੁਣ ਤਾਂ ਹੋਣਗੇ ਸੰਜੋਗਾਂ ਨਾਲ ਮੇਲੇ ਨਦੀਆਂ ਦੇ ਨੀਰ ਵਿਛੜੇ ਹੁਣ ਤਾਂ ਹੋਣਗੇ ਸੰਜੋਗਾਂ ਨਾਲ ਮੇਲੇ ਨਦੀਆਂ ਦੇ ਨੀਰ ਵਿਛੜੇ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਬਹੁਤ ਹੀ ਸਤਿਕਾਰਯੋਗ ਮਾਤਾ ਹਰਦੇਵ ਕੌਰ ਜੀ ਜੋ ਪਿਛਲੇ ਦਿਨਾਂ ਦੇ ਵਾਹਿਗੁਰੂ ਮਾਤਾ ਹਰਜੀਤ ਕੌਰ ਜੀ ਜੋ ਪਿਛਲੇ ਦਿਨਾਂ ਦੇ ਵਿੱਚ ਅਕਾਲ ਪੁਰਖ ਜੀ ਦੇ ਭਾਣੇ ਵਿੱਚ ਜਿਤਨੀ ਸੁਆਸਾਂ ਦੀ ਪੂੰਜੀ ਪ੍ਰਾਪਤ ਹੋਈ ਸੀ ਵਾਹਿਗੁਰੂ ਜੀ ਦੇ ਘਰੋਂ ਜਿਤਨੀ ਉਮਰ ਪ੍ਰਾਪਤ ਹੋਈ ਸੀ ਉਸ ਉਮਰ ਨੂੰ ਭੋਗਦੇ ਹੋਏ ਪਿਛਲੇ ਦਿਨਾਂ ਦੇ ਵਿੱਚ ਅਚਨਚੇਤ ਅਕਾਲ ਪੁਰਖ ਜੀ ਦੇ ਹੁਕਮ ਵਿੱਚ ਆਪਣੇ ਸਮੁੱਚੇ ਪਰਿਵਾਰ ਬਰਾੜ ਪਰਿਵਾਰ ਨੂੰ ਨਗਰ ਦੀ ਸੰਗਤ ਨੂੰ ਰਿਸ਼ਤੇਦਾਰ ਸਕੇ ਸੰਬੰਧੀ ਧੀਆਂ ਪੁੱਤਰਾਂ ਨੂੰ ਸਰੀਰ ਕਰਕੇ ਸਦੀਵ ਕਾਲ ਦਾ ਵਿਛੋੜਾ ਦੇ ਗਏ। ਪਰਿਵਾਰ ਦੇ ਨਾਲ ਦੁੱਖ ਵੰਡਾਉਣ ਵਾਸਤੇ ਦੁੱਖਾਂ ਦੀ ਸਾਂਝ ਪਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਗੁਰਬਾਣੀ ਗੁਰਮਤਿ ਗੁਰ ਇਤਿਹਾਸ ਸਰਵਣ ਕਰਨ ਵਾਸਤੇ ਪਹੁੰਚੀ ਅਤੇ ਪਹੁੰਚ ਰਹੇ ਪਰਮ ਸਤਿਕਾਰਯੋਗ ਗੁਰਮੁਖ ਪਿਆਰੇ ਸਤਸੰਗੀ ਜਨੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦੇ ਭਾਣੇ ਨੂੰ ਸੀਸ ਝੁਕਾਈਏ ਮਨ ਕਰਕੇ ਹਾਜ਼ਰੀ ਲਵਾਈਏ ਸਰਬੱਤ ਸੰਗਤ ਮਾਈ ਭਾਈ ਸ਼ਰਧਾ ਭਾਵਨਾ ਪ੍ਰੇਮ ਅਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਨੂੰ ਸਾਜਣਾ ਕੀਤਾ ਹੈ। ਸੰਸਾਰ ਦੀ ਪ੍ਰਤਪਾਲਣਾ ਵਾਹਿਗੁਰੂ ਆਪ ਕਰ ਰਿਹਾ ਹੈ। ਤੁਧ ਸੰਸਾਰ ਉਪਾਇਆ ਸਿਰੈ ਸਿਰ ਧੰਦਾ ਲਾਇਆ ਦੇਖਹਿ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ। ਵਾਹਿਗੁਰੂ ਪਰਮੇਸ਼ਰ ਸੰਸਾਰ ਦਾ ਮਾਲਕ ਹੈ ਔਰ 84 ਲੱਖ ਜੂਨ ਹੈ ਮਾਤ ਲੋਕ ਦੇ ਉੱਪਰ। 84 ਲੱਖ ਜੂਨ ਦੇ ਵਿੱਚੋਂ ਮਨੁੱਖਾ ਸਰੀਰ ਆਪਾਂ ਨੂੰ ਪ੍ਰਾਪਤ ਹੋਇਆ ਮਾਈ ਭਾਈ ਦਾ ਚੋਲਾ ਮਿਲਿਆ। ਇਹ ਮਾਈ ਭਾਈ ਦਾ ਚੋਲਾ ਜਿਹੜਾ ਮਿਲਿਆ ਇਹਦੇ ਵਾਸਤੇ ਗੁਰੂ ਸਾਹਿਬਾਨ 10 ਜਾਮੇ ਧਾਰਨ ਕਰਕੇ ਆਏ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਕਲਗੀ ਵਾਲੇ ਪਾਤਸ਼ਾਹ ਤੱਕ। ਉਸ ਤੋਂ ਬਾਅਦ ਸ਼ਬਦ ਗੁਰੂ ਗੁਰਬਾਣੀ 10 ਗੁਰੂ ਸਾਹਿਬਾਨਾਂ ਦੀ ਜਾਗਤ ਜੋਤ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਆਪਾਂ ਨੂੰ ਲਾਇਆ। ਪਹਿਲਾਂ 10 ਜਾਮਿਆਂ ਦੇ ਵਿੱਚ ਉਪਦੇਸ਼ ਸਿੱਖਾਂ ਤੱਕ ਪਹੁੰਚਾਇਆ। ਅੱਜ ਸ਼ਬਦ ਗੁਰੂ ਦੇ ਰੂਪ ਵਿੱਚ ਘਰ ਘਰ ਦੇ ਵਿੱਚ ਗੁਰਬਾਣੀ ਦਾ ਉਪਦੇਸ਼ ਪਹੁੰਚ ਰਿਹਾ ਹੈ। ਭਾਗਾਂ ਵਾਲੇ ਸਰਵਣ ਕਰਦੇ ਨੇ, ਬਾਕੀ ਰਹਿ ਜਾਇਆ ਕਰਦੇ ਨੇ। ਉੱਥੇ ਫਿਰ ਦੱਸਣਾ ਕੀਤਾ ਜਿੱਥੇ ਇਹ ਸਰੀਰ ਮਿਲਿਆ
ਇਹਦਾ ਸੁਭਾਅ ਕੀ ਹੈ, ਇਹਨੇ ਕਰਨਾ ਕੀ ਹੈ। ਉਹ ਬਚਨ ਮਹਾਰਾਜ ਜੀ ਨੇ ਲਿਖੇ ਗੁਰਬਾਣੀ ਵਿੱਚ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਜੋ ਕੁਛ ਵੀ ਸੰਸਾਰ 'ਤੇ ਆਪਾਂ ਵੇਖਦੇ ਹਾਂ, ਕਹਿਣ ਦਾ ਭਾਵ ਇਹੋ ਹੀ ਹੈ ਵੀ ਇਹ ਦੁਨੀਆ 'ਤੇ ਛੱਡ ਜਾਣਾ ਹੈ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਭਾਵੇਂ ਕੋਈ ਮੰਦਾ ਕਰੇ ਭਾਵੇਂ ਕੋਈ ਚੰਗਾ ਕਰੇ, ਉਹਨੇ ਆਪਣਾ ਕੀਤਾ ਆਪ ਹੀ ਪਾਉਣਾ ਹੁੰਦਾ ਹੈ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਮਦੇ, ਰਾਹੇ ਭੀੜੈ ਅੱਗਾ ਜਾਵਣਾ। ਬੰਦਾ ਇੱਥੇ ਮਨ ਦੀ ਮੱਤ ਪਿੱਛੇ, ਕਦੇ ਕਿਸੇ ਅਹੁਦੇ ਦੇ ਹੰਕਾਰ ਵਿੱਚ, ਕਦੇ ਕਿਸੇ ਧਨ ਪਦਾਰਥ ਮਾਇਆ ਦੇ ਮਾਣ ਵਿੱਚ ਬੰਦਾ ਮਨ ਭਾਉਂਦੇ ਹੁਕਮ ਕਰਦਾ ਹੈ, ਮਨ ਭਾਉਂਦੇ ਦੁਨਿਆਈ ਨੂੰ, ਲੋਕਾਂ ਨੂੰ ਦੁੱਖ ਪਹੁੰਚਾਉਂਦਾ ਹੈ। ਫਿਰ ਕਹਿੰਦੇ ਉਹਨੇ ਮੰਦੇ ਦਾ ਵੀ ਚੰਗੇ ਦਾ ਵੀ ਆਪ ਹੀ ਉਹਦਾ ਫਲ ਪਾਉਣਾ ਹੁੰਦਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਮਦੇ, ਰਾਹ ਭੀੜੈ ਅੱਗਾ ਜਾਵਣਾ। ਨੰਗਾ ਦੋਜਕ ਚਾਲਿਆ, ਸਾਧ ਸੰਗਤ ਤਾਂ ਦਿਸੈ ਖਰਾ ਡਰਾਵਣਾ। ਬਾਬਾ ਨਾਂਗਾ ਆਇਆ ਜਗ ਮਹਿ, ਉਧਰ ਮਹਾਰਾਜ ਕਹਿੰਦੇ ਨਾਂਗੇ ਆਵਣਾ ਨਾਂਗੇ ਜਾਣਾ। ਹਰ ਹੁਕਮ ਪਾਇਆ ਕਿਆ ਕੀਜੈ। ਕਿਉਂਕਿ ਨਾ ਤਾਂ ਆਉਂਦੇ ਦੇ ਤਨ 'ਤੇ ਕੱਪੜਾ ਹੁੰਦਾ ਅਤੇ ਨਾ ਜਾਂਦੇ ਦੇ ਤਨ 'ਤੇ ਕੱਪੜਾ ਹੁੰਦਾ। ਸ਼ਮਸ਼ਾਨ ਘਾਟ ਜਦੋਂ ਡੈੱਡ ਬੋਡੀ ਰੱਖਦੇ ਹਾਂ, ਅੱਗ ਦੀ ਪਹਿਲੀ ਜਿਹੜੀ ਲਪੇਟ ਹੁੰਦੀ ਹੈ ਉਹ ਕੱਪੜਿਆਂ ਨੂੰ ਅਤੇ ਵਾਲਾਂ ਨੂੰ ਖਿੱਚ ਕੇ ਲੈ ਜਾਂਦੀ ਹੈ। ਪਹਿਲਾਂ ਕੇਸ ਜਲ ਜਾਂਦੇ ਨੇ ਅਤੇ ਫਿਰ ਕੱਪੜੇ ਜਲ ਜਾਂਦੇ ਨੇ। ਨੰਗਾ ਹੀ ਆਇਆ ਅਤੇ ਨੰਗਾ ਹੀ ਜਾਂਦਾ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਜਿੱਥੋਂ ਤੱਕ ਜਦੋਂ ਪਰਿਵਾਰ ਦਾ ਸੰਬੰਧੀ ਸਰੀਰ ਕਰਕੇ ਵਿਛੋੜਾ ਦੇ ਜਾਂਦਾ ਹੈ, ਉਸ ਵੇਲੇ ਜਿਹੜਾ ਦਰਦ ਪਹੁੰਚਦਾ, ਜਿਹੜਾ ਦੁੱਖ ਪਹੁੰਚਦਾ ਹੈ, ਖਾਸ ਕਰਕੇ ਇੱਕ ਮਾਂ ਦਾ ਜਿਹੜਾ ਅਸਥਾਨ ਹੈ, ਮਾਂ ਦਾ ਜਿਹੜਾ ਰੁਤਬਾ ਹੈਗਾ ਸਮਾਜ ਵਿੱਚ, ਉਹ ਇੱਕ ਬਾ ਕਮਾਲ ਹੈ। ਰਾਈਟਰਾਂ ਦੀਆਂ ਕਲਮਾਂ ਰੁਕ ਗਈਆਂ, ਕਵੀ ਲੋਕਾਂ ਦੀਆਂ ਕਲਮਾਂ ਰੁਕ ਗਈਆਂ ਮਾਂ ਦੀ ਮਹਿਮਾ ਲਿਖਣ 'ਤੇ, ਮਾਂ ਦੀ ਸਿਫਤ ਕਰਨ 'ਤੇ। ਕਿਉਂਕਿ ਮਾਂ ਦਾ ਅਸਥਾਨ ਹੈ ਜਿਹੜਾ ਸਮਾਜ ਦੇ ਵਿੱਚ, ਸੰਸਾਰ ਵਿੱਚ, ਆਪਣੇ ਘਰ ਪਰਿਵਾਰ ਵਿੱਚ, ਉਹ ਇੱਕ ਬਹੁਤ ਕਮਾਲ ਦਾ ਹੈ। ਮਾਂ ਦਾ ਰੁਤਬਾ ਬਹੁਤ ਮਹਾਨ ਹੈ। ਸੋ ਸਾਧ ਸੰਗਤ, ਜਿੱਥੇ ਆਪਾਂ ਗੁਰਮੱਤ ਦੇ ਵਿੱਚ ਰਹਿਣਾ ਹੈ, ਭਾਣੇ ਨੂੰ ਸੀਸ ਝੁਕਾਉਣਾ ਹੈ, ਉੱਥੇ ਇੱਕ ਗੱਲ ਇਹ ਵੀ ਹੈ, ਕਿਉਂਕਿ ਭਾਣਾ ਜਿਹੜਾ ਨਾ ਹਰ ਕੋਈ ਨਹੀਂ ਮੰਨ ਸਕਦਾ। ਇਸ ਗੱਲ ਨੂੰ ਵੀ ਨੋਟ ਰੱਖਣਾ। ਭਾਣਾ ਮੰਨਣ ਵਾਸਤੇ ਕਈ ਜਨਮਾਂ ਦੀ ਕਮਾਈ ਚਾਹੀਦੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਈ ਜਨਮਾਂ ਦੀ ਕਮਾਈ ਹੋਵੇ, ਇਹ ਗੁਰੂ ਦੇ ਹੁਕਮ ਨੂੰ ਖਿੜੇ ਮੱਥੇ ਮੰਨਣਾ ਸਿੱਖ ਲਵੇ, ਫਿਰ ਭਾਣਾ ਮੰਨਿਆ ਜਾਂਦਾ ਹੈ। ਅਜੇ ਤਾਂ ਗੁਰੂ ਦੇ ਹੁਕਮ ਨੂੰ ਸਾਨੂੰ ਮੰਨਣਾ ਹੀ ਨਹੀਂ ਆਉਂਦਾ, ਭਾਣਾ ਤਾਂ ਬਹੁਤ ਦੂਰ ਦੀ ਗੱਲ ਹੈ। ਅਜੇ ਬਹੁਤਾਤ ਲੋਕਾਂ ਦੀ ਉਹ ਹੈ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਗੁਰੂ ਦਾ ਹੁਕਮ ਕੀ ਹੈ। ਫਿਰ ਭਾਣਾ ਕਿਵੇਂ ਮੰਨਿਆ ਜਾਵੇਗਾ? ਭਾਣਾ ਤਾਂ ਉਹਨਾਂ ਨੇ ਮੰਨਿਆ ਜਿਨ੍ਹਾਂ ਪਹਿਲਾਂ ਗੁਰੂ ਦੇ ਹੁਕਮ ਨੂੰ ਸੀਸ ਝੁਕਾਇਆ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ। ਫਿਰ ਉਹਨਾਂ ਨੂੰ ਹੁਕਮ ਮੰਨਣਾ ਆ ਜਾਂਦਾ ਹੈ। ਜਿਨ੍ਹਾਂ ਨੇ ਹੁਕਮ ਗੁਰੂ ਦਾ ਮੰਨ ਲਿਆ, ਉਹਨਾਂ ਭਾਣਾ ਵੀ ਮੰਨ ਲਿਆ, ਉਹਨਾਂ ਨੂੰ ਕਹਿਣ ਦੀ ਲੋੜ ਨਹੀਂ। ਜਿਨ੍ਹਾਂ ਗੁਰੂ ਦਾ ਹੁਕਮ ਨਹੀਂ ਮੰਨਿਆ, ਉਹ ਭਾਣਾ ਵੀ ਨਹੀਂ ਮੰਨ ਸਕਦੇ। ਅਤੇ ਜਦੋਂ ਸਾਨੂੰ ਭਾਣਾ ਨਾ ਮੰਨਣਾ ਆਵੇ, ਫਿਰ ਸਾਧ ਸੰਗਤ ਸੰਸਾਰ ਵੇਖਿਆ। ਅੱਜ ਪਰਿਵਾਰ ਨੂੰ ਆਪਾਂ ਵੇਖ ਰਹੇ ਹਾਂ। ਇੱਕ ਮਾਂ ਦਾ ਵਿਛੋੜਾ ਜਦੋਂ ਹੁੰਦਾ ਨਾ, ਉਸ ਵੇਲੇ ਸਮਾਜ ਵਿੱਚ ਆਹ ਵੇਖਦੇ ਹਾਂ, ਉਹ ਹਰ ਵੇਲੇ ਵਿਛੜਿਆ ਪ੍ਰਾਣੀ ਚੇਤੇ ਆਉਂਦਾ ਹੈ। ਹਰ ਵੇਲੇ ਉਹਦੀਆਂ ਯਾਦਾਂ, ਉਹਦਾ ਪਿਆਰ ਲੱਗਦਾ ਵੀ ਸਾਡੇ ਪਰਿਵਾਰ ਨਾਲ ਤਾਂ ਐਸਾ ਹੋ ਹੀ ਨਹੀਂ। ਇਹ ਭੁਲੇਖਾ ਲੱਗਦਾ ਸਾਨੂੰ, ਭਰਮ ਪੈ ਗਿਆ। ਨਹੀਂ, ਮਨ ਹਉ ਕੇ ਭਰਦਾ ਜੀ, ਵਿਛੜੀ ਮਾਂ ਨੂੰ ਚੇਤੇ ਕਰਕੇ। ਹਉ ਕੇ ਭਰਦਾ ਓ ਵਿਛੜੀ ਮਾਂ ਨੂੰ ਚੇਤੇ ਕਰਕੇ। ਦਿਲ ਹਉ ਕੇ ਭਰਦਾ ਜੀ, ਵਿਛੜੀ ਮਾਂ ਨੂੰ ਚੇਤੇ ਕਰਕੇ। ਦਿਲ ਹਉ ਕੇ ਭਰਦਾ ਜੀ, ਵਿਛੜੀ ਮਾਂ ਨੂੰ ਚੇਤੇ ਕਰਕੇ। ਹਉ ਕੇ ਭਰਦਾ ਜੀ, ਵਿਛੜੀ ਮਾਂ ਨੂੰ ਚੇਤੇ ਕਰਕੇ।
ਪਰਦੈ ਜੀ ਵਿਛੜੀ ਮਾਨੂ ਚੇਤੇ ਕਰਕੇ ਦਿਲ ਹੌਕੇ ਭਰਦਾ ਓ ਵਿਛੜੀ ਮਾਂ ਨੂੰ ਚੇਤੇ ਕਰਕੇ ਦਿਲ ਹੌਕੇ ਭਰਦਾ ਓ ਵਿਛੜੀ ਮਾਂ ਨੂੰ ਚੇਤੇ ਕਰਕੇ ਦਿਲ ਹੌਕੇ ਭਰਦਾ ਜੀ ਵਿਛੜੀ ਮਾਂ ਨੂੰ ਚੇਤੇ ਕਰਕੇ ਦਿਲ ਹੌਕੇ ਭਰਦਾ ਜੀ ਵਿਛੜੀ ਮਾਂ ਨੂੰ ਚੇਤੇ ਕਰਕੇ ਹੌਕੇ ਭਰਦਾ ਜੀ ਵਿਛੜੀ ਮਾਂ ਨੂੰ ਚੇਤੇ ਕਰਕੇ ਦਿਲ ਹੌਕੇ ਭਰਦਾ ਜੀ ਵਿਛੜੀ ਮਾਂ ਨੂੰ ਚੇਤੇ ਕਰਕੇ ਹਾਂ ਮਾਂ ਨੂੰ ਚੇਤੇ ਕਰਕੇ ਵਿਛੜੀ ਮਾਂ ਨੂੰ ਚੇਤੇ ਵਿਛੜੀ ਮਾਂ ਨੂੰ ਚੇਤੇ ਕਰਕੇ 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 ਮਾਂ ਨੂੰ ਚੇਤੇ ਕਰਕੇ ਮਾਂ ਨੂੰ ਚੇਤੇ ਕਰਕੇ ਵਿਛੜੀ ਮਾਂ ਨੂੰ ਚੇਤੇ ਕਰਕੇ ਮਾਂ ਨੂੰ ਚੇਤੇ ਕਰਕੇ ਮਾਂ ਨੂੰ ਚੇਤੇ ਕਰਕੇ ਵਿਛੜੀ ਮਾਂ ਨੂੰ ਚੇਤੇ ਕਰਕੇ ਵਿਛੜੀ ਮਾਂ ਨੂੰ ਚੇਤੇ ਕਰਕੇ ਮਾਂ ਨੂੰ ਚੇਤੇ ਕਰਕੇ ਮਾਂ ਨੂੰ ਚੇਤੇ ਕਰਕੇ ਵਿਛੜੀ 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 ਮਾਂ ਨੂੰ ਚੇਤੇ ਕਰਕੇ ਮਨ ਹੌਕੇ ਭਰਦਾ ਓ ਵਿਛੜੀ ਮਾਂ ਨੂੰ ਚੇਤੇ ਕਰਕੇ ਦਿਲ ਹੌਕੇ ਭਰਦਾ ਓ ਵਿਛੜੀ ਮਾਂ ਨੂੰ ਚੇਤੇ ਕਰਕੇ ਭਰਦਾ ਜੀ ਵਿਛੜੀ ਮਾਂ ਨੂੰ ਚੇਤੇ ਕਰਕੇ ਦਿਲ ਹੌਕੇ ਭਰਦਾ ਜੀ ਵਿਛੜੀ ਮਾਂ ਨੂੰ ਚੇਤੇ ਕਰਕੇ ਦਿਲ ਹੌਕੇ ਭਰਦਾ ਜੀ ਵਿਛੜੀ ਮਾਂ ਨੂੰ ਚੇਤੇ ਕਰਕੇ ਦਿਲ ਹੌਕੇ ਭਰਦਾ ਜੀ ਵਿਛੜੀ ਮਾਂ ਨੂੰ ਚੇਤੇ ਕਰਕੇ ਕਿਉਂਕਿ ਇਹ ਕਿਉਂ ਹੁੰਦਾ ਹੈ, ਇਹਦਾ ਕਾਰਨ ਹੈ ਦਾਸ ਬੇਨਤੀ ਕਰਦਾ ਹੁੰਦਾ ਵੀ ਆਪਾਂ ਘਰਾਂ ਦੇ ਵਿੱਚ ਮੱਝਾਂ ਗਾਵਾਂ ਰੱਖਣ ਵਾਲੇ ਲੋਕ ਆ, ਆਪਾਂ ਕਿਰਤੀ ਲੋਕ ਆ। ਮੱਝਾਂ ਗਾਵਾਂ ਜਦੋਂ ਆਪਾਂ ਰੱਖਦੇ ਆ ਨਾ ਵੀ ਕਈ ਵਾਰ ਆਪਾਂ ਨੂੰ ਮਜਬੂਰਨ ਜਾਂ ਕਿਸੇ ਲੋੜ ਮੁਤਾਬਕ ਗਾਂ ਜਾਂ ਮੱਝ ਵੇਚਣੀ ਪੈਂਦੀ ਹੈ, ਪਸ਼ੂ ਵੇਚਣਾ ਪੈਂਦਾ ਹੈ। ਖਰੀਦਣ ਵਾਲਾ ਪਸ਼ੂ ਦੇ ਪੈਸੇ ਆਪਣੀ ਝੋਲੀ ਪਾ ਦਿੰਦਾ ਹੈ ਵੀ ਲੈ ਫਲਾਣਾ ਸਿਆ ਇੰਨੇ ਦਾ ਸੌਦਾ ਹੋ ਗਿਆ, ਆਹ ਚੱਕ ਪੈਸੇ, ਆਪਣੀ ਮੱਝ ਦਾ ਆਪਣੀ ਗਾਂ ਦਾ ਰੱਸਾ ਜਿਹੜਾ ਨਾ ਸੰਗਲੋ ਮੇਰੀ ਝੋਲੀ ਪਾ ਦੇ। ਤੇ ਉਸ ਵੇਲੇ ਆਪਾਂ ਪੈਸੇ ਵੀ ਖਰੀਦਣ ਵਾਲੇ ਤੋਂ ਲੈ ਲਏ ਹੁੰਦੇ ਨੇ, ਤੇ ਜਦੋਂ ਉਹਦੀ ਝੋਲੀ ਰੱਸਾ ਪਾਉਂਦੇ ਆ ਨਾ ਆਪਾਂ ਆਪਣੇ ਪਸ਼ੂ ਦਾ, ਉਹ ਆਪਣੇ ਗੇਟ ਤੋਂ ਬਾਹਰ ਜਦੋਂ ਆਪਣਾ ਪਸ਼ੂ ਜਾਂਦਾ, ਜਿਹੜੇ ਆਪਣੇ ਘਰ ਦੇ ਪਾਲਕ ਪਸ਼ੂ ਹੁੰਦੇ ਨੇ, ਜਿਹੜੇ ਆਪਾਂ ਘਰੇ ਪਾਲੇ ਹੁੰਦੇ ਨੇ ਜ਼ਿਆਦਾ ਸਾਲ, ਛੋਟੇ ਤੋਂ ਲੈ ਕੇ ਉਹਨਾਂ ਨਾਲ ਮੁਹੱਬਤ ਹੁੰਦੀ ਹੈ, ਪ੍ਰੇਮ ਹੁੰਦਾ ਹੈ, ਪਸ਼ੂ ਦੇ ਪੈਸੇ ਵੀ ਲੈ ਲਏ। ਪਸ਼ੂ ਲੈ ਕੇ ਜਦੋਂ ਗੇਟ 'ਚੋਂ ਨਿਕਲਿਆ ਨਾ, ਜਿਹੜਾ ਪਸ਼ੂਆਂ ਦੇ ਜ਼ਿਆਦਾ ਨੇੜੇ ਰਹਿੰਦਾ ਪਾਲਣ ਵਾਲਾ ਮਾਲਕ, ਖਾਸ ਕਰਕੇ ਮੇਰੀਆਂ ਭੈਣਾਂ ਧੀਆਂ ਹੁੰਦੀਆਂ ਨੇ ਪਸ਼ੂਆਂ ਦੇ ਕੋਲੇ ਜ਼ਿਆਦਾ, ਤੇ ਗੁਰਮਖੋ ਅੱਖਾਂ ਦੇ ਉੱਪਰੋਂ ਚੁੰਨੀ ਦਾ ਪੱਲਾ ਲੱਗਿਆ ਹੁੰਦਾ ਹੈ, ਰਸੋਈ 'ਚ ਵੜ ਕੇ ਸਾਈਡ 'ਤੇ ਹੋ ਕੇ ਨਾ, ਤੇ ਉਹ ਰੋ ਰਹੀਆਂ ਹੁੰਦੀਆਂ ਨੇ ਜਦੋਂ ਪਸ਼ੂ ਜਾਂਦਾ ਘਰ ਦੇ ਵਿੱਚੋਂ। ਹਾਲਾਂਕਿ ਉਹ ਜਿਉਂਦਾ ਹੈ ਪਸ਼ੂ, ਉਹਦੇ ਪੈਸੇ ਵੀ ਲੈ ਲਏ, ਪਰ ਯਾਦ ਰੱਖੋ ਜਿਹੜੀ ਮਾਂ ਦੇ ਨਾਲ ਜ਼ਿੰਦਗੀ ਭਰ ਦੀਆਂ ਸਾਂਝਾਂ ਹੋਣ, ਜਿਸ ਪਿਓ ਦੇ ਨਾਲ, ਭਰਾ ਦੇ ਨਾਲ, ਪੁੱਤ ਦੇ ਨਾਲ, ਮਿੱਤਰ ਦੇ ਨਾਲ, ਭਾਣਜੇ ਨਾਲ, ਕੀ ਕੁਛ ਹੈ ਇੱਥੇ ਦੇਖਦੇ ਨਹੀਂ ਆਪਾਂ। ਤੇ ਜਦੋਂ ਉਹਨੂੰ, ਇਹ ਤੋਂ ਅਗਲੀ ਵਿਚਾਰ ਇਹ ਵੀ ਹੈ ਵੀ ਉਸ ਪਸ਼ੂ ਨੂੰ ਆਪਾਂ ਨਫਾ ਦੇ ਕੇ ਦੁਬਾਰਾ ਖਰੀਦ ਸਕਦੇ ਹਾਂ, ਆਪਣੇ ਘਰੇ ਲਿਆ ਸਕਦੇ ਹਾਂ, ਪਰ
ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦਾ ਕੰਨ। ਇਹ ਕੰਨ ਸ਼ਬਦ ਭਾਰਾ ਕਰਕੇ ਬੁਲਾਉਣਾ, ਇਹਨੂੰ ਕੰਨ ਨਹੀਂ ਬੋਲਣਾ। ਕੰਨ ਦਾ ਅਰਥ ਹੈ ਕੰਧਾ, ਮੋਢਾ। ਨੰਨੇ ਨੂੰ ਭਾਰਾ ਕਰਕੇ ਬੁਲਾਉਣਾ ਹੈ। ਬਚਨ ਆਉਂਦਾ ਭਗਤ ਫਰੀਦ ਜੀ ਦੇ ਬਚਨਾਂ ਵਿੱਚ ਹੀ, ਫਰੀਦਾ ਕੰਨ ਮੁਸੱਲਾ, ਉਹਨੂੰ ਵੀ ਮੁਸੱਲਾ ਪਾਠ ਬੁਲਾਉਣਾ, ਮੁਸਲਾ ਪਾਠ ਨਹੀਂ ਬੁਲਾਉਣਾ। ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਇਸੇ ਤਰ੍ਹਾਂ ਚੌਂ ਜਣਿਆਂ ਦਾ ਕੰਨ, ਬੰਨ, ਕੰਨ। ਇਸ ਤਰ੍ਹਾਂ ਪਰਮੇਸ਼ਰ ਦਿੱਤਾ ਬੰਨਾ, ਇਹਨੂੰ ਵੀ ਭਾਰਾ ਬਣ ਕੇ ਕਈ ਸ਼ਬਦ ਨੇ ਗੁਰਬਾਣੀ ਦੇ ਜਿਹੜੇ ਸਾਨੂੰ ਥੋੜ੍ਹੇ ਥੋੜ੍ਹੇ ਭਾਰੇ ਕਰਨੇ ਪੈਂਦੇ ਨੇ। ਇਸ ਕਰਕੇ ਕਿਉਂਕਿ ਜੇ ਪੋਲਾ ਬੁਲਾਵਾਂਗੇ ਨਾ ਫਿਰ ਕੰਨ ਦਾ ਅਰਥ ਬਣ ਜਾਣਾ। ਡੈੱਡ ਬੋਡੀ ਨੂੰ ਕੰਧੇ 'ਤੇ ਚੁੱਕਿਆ ਜਾਂਦਾ, ਮੋਢੇ 'ਤੇ, ਅਤੇ ਜਿਨ੍ਹਾਂ ਨੂੰ ਮੋਢਿਆਂ 'ਤੇ ਰੱਖ ਕੇ ਆਪਾਂ ਚੱਲ ਪਏ ਅਤੇ ਕਿੱਥੇ ਚਲੇ ਜਾਂਦੇ ਨੇ? ਜਿੱਥੇ ਦਾ ਕੋਈ ਐਡਰੈਸ ਪਤਾ ਨਹੀਂ ਹੈਗਾ, ਆਵਾਜ਼ ਮਾਰੀ ਨਹੀਂ ਸੁਣਦੀ। ਸਰੀਰ ਵਿਹੜੇ ਦੇ ਵਿੱਚ ਹੀ ਪਿਆ ਹੁੰਦਾ ਹੈ, ਸਰੀਰ ਵਿਹੜੇ ਵਿੱਚ ਪਿਆ, ਅੱਖਾਂ ਵੀ ਲੱਗੀਆਂ ਨੇ, ਕੰਨ ਵੀ ਲੱਗੇ ਨੇ, ਜੀਭ ਵੀ ਲੱਗੀ ਆ, ਹੱਥ ਵੀ ਹੈਗੇ, ਪੈਰ ਵੀ ਹੈਗਾ, ਉਵੇਂ ਹੀ ਪਿਆ ਜਿਵੇਂ ਸਵਾਸ ਪੂਰੇ ਹੋਣ ਤੋਂ ਮਿੰਟ ਪਹਿਲਾਂ ਕਹਿ ਲਓ। 1 ਮਿੰਟ ਪਹਿਲਾਂ ਬੋਲਦਾ ਵੀ ਸੀ, ਬੁਲਾਉਂਦਾ ਵੀ ਸੀ, ਸੁਣਦਾ ਵੀ ਸੀ, ਸੁਣਾਉਂਦਾ ਵੀ ਸੀ। ਪਰ ਜਦੋਂ ਸਵਾਸਾਂ ਦੀ ਡੋਰੀ ਟੁੱਟੀ ਅਤੇ ਉਸ ਵੇਲੇ ਭਾਵੇਂ ਧੀਆਂ ਆਵਾਜ਼ਾਂ ਮਾਰਨ, ਭਾਵੇਂ ਪੁੱਤ ਆਵਾਜ਼ਾਂ ਮਾਰਨ, ਜਿਹੜਾ ਮਰਜ਼ੀ ਆਵਾਜ਼ਾਂ ਮਾਰੇ ਉਹ ਨਹੀਂ ਸੁਣਦਾ। ਉਹ ਨਾ ਸੁਣਾਈ ਕਤ ਹੀ ਤੁਮ ਲੋਕ ਸੁਣਾਵੋ, ਉਹਨੂੰ ਕਿੱਥੇ ਸੁਣਦਾ ਫਿਰ। ਅਤੇ ਜਦੋਂ ਸਵਾਸ ਚੱਲਦੇ ਨੇ, ਇੱਕ ਵਾਰੀ ਧੀ ਕਹਿ ਦੇਵੇ ਮਾਂ ਤੇਰੀ ਧੀ ਬਹੁਤ ਦੁਖੀ ਹੈ। ਕਿਹੜੀ ਦੁਨੀਆ ਦੀ ਮਾਂ ਜਿਹੜੀ ਟਿਕ ਕੇ ਬੈਠ ਜਾਵੇ, ਕਹਿੰਦੀ ਹੈ ਧੀਏ ਦੱਸੀ। ਅਤੇ ਜਦੋਂ ਮਾਂ ਤੁਰ ਗਈ ਨਾ, ਧੀ ਭਾਵੇਂ 1000 ਵਾਰੀ ਕਹਿ ਦੇ, ਉਹਨੇ ਨਹੀਂ ਸੁਣਨਾ। ਇਹੋ ਹੀ ਤਾਂ ਖੇਡ ਹੈ ਵਾਹਿਗੁਰੂ ਦੀ। ਇਸੇ ਖੇਡ ਨੂੰ ਤਾਂ ਆਪਾਂ ਸਮਝਣਾ ਹੈ। ਉਸ ਵੇਲੇ ਭਗਤ ਫਰੀਦ ਜੀ ਕਹਿੰਦੇ ਫਿਰ ਜਦੋਂ ਉਹ ਪਿਆਰੇ ਸੱਜਣ ਕਿਤੇ ਅਰਥੀ ਦੇ ਉੱਪਰ ਰੱਖੇ ਜਾਂਦੇ ਨੇ, ਬਹੁਤੇ ਕੰਮ ਦੁਨੀਆ ਦੇ ਆਪਾਂ ਸ਼ੌਂਕ ਨਾਲ ਕਰਦੇ ਹਾਂ, ਚਾਹੁੰਦੇ ਹੋਏ ਕਰਦੇ ਹਾਂ। ਇੱਕ ਕੰਮ ਹੈ ਬੰਦੇ ਨੂੰ ਕਰਨਾ ਪੈਂਦਾ ਹੈ, ਪਰ ਉਹ ਚਾਹੁੰਦਾ ਨਹੀਂ ਕਰਨਾ। ਕੀ ਚੀਜ਼ ਭਲਾ? ਆਪਾਂ ਇਸ਼ਨਾਨ ਕਰਦੇ ਹਾਂ, ਹੁਣ ਇੱਥੇ ਆਪਾਂ ਆਏ ਹਾਂ, ਇਸ਼ਨਾਨ ਕਰਕੇ ਆਏ ਹਾਂ, ਚਾਹ ਕੇ ਕੀਤਾ ਵੀ ਹਾਂ ਅਸੀਂ ਭੋਗ 'ਤੇ ਚੱਲੇ ਹਾਂ, ਇਸ਼ਨਾਨ ਕਰਨਾ ਹੈ, ਸਾਫ਼ ਕੱਪੜੇ ਪਾਉਣੇ ਨੇ, ਚੱਲੇ ਹਾਂ। ਪਰ ਇੱਕ ਇਸ਼ਨਾਨ ਹੈ ਡੈੱਡ ਬੋਡੀ ਦਾ, ਡੈੱਡ ਬੋਡੀ ਦਾ ਇਸ਼ਨਾਨ ਇਹ ਚਾਹ ਕੇ ਨਹੀਂ ਕਰਦਾ, ਬੇਵਸੀ ਨੂੰ ਕਰਦਾ ਹੈ। ਉਦੋਂ ਇਹਦਾ ਵੱਸ ਨਹੀਂ ਚੱਲਦਾ, ਇਹਦਾ ਵੱਸ ਚੱਲੇ ਕਦੇ ਵੀ ਉਹ ਇਸ਼ਨਾਨ ਨਾ ਕਰਾਵੇ। ਜਦੋਂ ਕਹਿੰਦੇ ਨੇ ਨਾ ਪਰਿਵਾਰ ਵਾਲੇ ਵੀ ਲਓ ਵੀ ਰਿਸ਼ਤੇਦਾਰ ਆ ਗਏ, ਕਹਿੰਦੇ ਹਾਂ, ਕਹਿੰਦੇ ਹੁਣ ਇਸ਼ਨਾਨ ਕਰਵਾ ਦਿਓ, ਗੁਰਮੁਖੋ ਕਲੇਜਾ ਬਾਹਰ ਨੂੰ ਆ ਜਾਂਦਾ। ਉਸ ਵੇਲੇ ਚਿੱਤ ਨਹੀਂ ਕਰਦਾ ਇਸ਼ਨਾਨ ਕਰਵਾਉਣ ਨੂੰ। ਜਿਨ੍ਹਾਂ ਨੂੰ ਕਰਵਾਉਣੇ ਪੈ ਗਏ ਨਾ, ਇੱਕ ਉਮਰ ਹੁੰਦੀ ਆ ਬੁਢੇਪੇ ਦੀ, ਬੁਢੇਪੇ ਵਾਲੀ ਉਮਰ ਵਿੱਚ ਦਿਲ ਧਰਵਾਸ ਬਣਦਾ ਵੀ ਚਲੋ ਬਜ਼ੁਰਗਾਂ ਨੇ ਤਾਂ ਜਾਣਾ ਹੀ ਹੈ। ਪਰ ਇੱਕ ਹੁੰਦੀ ਹੈ ਉਹ ਉਮਰ ਜਦੋਂ ਬੈਠ ਕੇ ਬਗੀਚੇ ਨੂੰ ਵੇਖਣਾ। ਆਹ ਉਮਰ ਸੀ ਸਾਡੀ ਭੈਣ ਦੀ, ਹਰਜੀਤ ਕੌਰ ਦੀ, ਆਹ ਉਮਰ ਸੀ ਬੈਠ ਕੇ ਬਗੀਚੇ ਨੂੰ ਵੇਖਣਾ। ਹੁਣ ਤੱਕ ਤਾਂ ਕਮਾਇਆ ਸੀ ਨਾ ਉਹਨਾਂ ਨੇ, ਹੁਣ ਵੀ ਕਮਾਉਂਦੇ ਸੀ, ਹੁਣ ਵੀ ਬਹੁਤ ਕੰਮ ਕਰਦੇ ਸੀ, ਪਰ ਹੁਣ ਬੈਠ ਕੇ ਬਗੀਚਾ ਵੇਖਣਾ ਸੀ। ਕਿਹੜਾ ਬਗੀਚਾ? ਪੁੱਤ ਪੋਤੇ ਦੋਤੇ ਦੋਤੀਆਂ, ਵੱਡਾ ਪਰਿਵਾਰ ਹੁਣ ਬੈਠ ਕੇ ਵੇਖਣਾ ਸੀ। ਪਰ ਹੁਣ ਉਹ ਚੰਦਰੀ ਮੌਤ ਨੇ ਲਿਹਾਜ਼ ਨਾ ਕੀਤੀ, ਉਹ ਸਾਡੇ ਵਿੱਚੋਂ ਸਾਡਾ ਰੰਗਲਾ ਸੱਜਣ ਖੋਹ ਕੇ ਲੈ ਗਈ। ਅਤੇ ਪਿਆਰਿਓ ਉਸ ਵੇਲੇ ਇਹ ਚਾਹੁੰਦਾ ਨਹੀਂ ਹੈ। ਉਹ ਸਮੇਂ ਨੂੰ ਬਾਬਾ ਜੀਆਂ ਨੇ ਆਪਣੀ ਬਾਣੀ ਵਿੱਚ ਇਉਂ ਲਿਖਿਆ, ਕਹਿੰਦੇ ਬੰਦਿਆ ਇੱਕ ਦਿਨ ਆਉਣਾ ਹੈ, ਨਾ ਚਾਹੁੰਦੇ ਹੋਏ ਵੀ ਤੇਰੇ ਸਕੇ ਸੰਬੰਧੀ ਪੁੱਤ ਭਾਈ ਭਤੀਜੇ ਜੋ ਵੀ ਜਦੋਂ ਮੋਢਾ ਲਾਉਣਗੇ ਅਰਥੀ ਨੂੰ ਨਾ, ਹੁਣ ਚਿੱਤ ਨਹੀਂ ਕਰਦਾ। ਮਾਸੀ ਜਿਹੜੀ ਹੁੰਦੀ ਹੈ ਉਹ ਮਾਂ ਹੁੰਦੀ ਹੈ, ਸੱਸ ਜਿਹੜੀ ਹੁੰਦੀ ਹੈ ਉਹ ਮਾਂ ਹੁੰਦੀ ਹੈ, ਪੁੱਤਰਾਂ ਦੀ ਮਾਂ ਹੁੰਦੀ ਹੈ, ਭਤੀਜਿਆਂ ਦੀ ਮਾਂ ਹੁੰਦੀ ਹੈ, ਭਾਣਜਿਆਂ ਦੀ ਮਾਂ ਹੁੰਦੀ ਹੈ। ਫਿਰ ਉਹਨਾਂ ਨੂੰ ਅਰਥੀ ਤਾਂ ਚੁੱਕਣੀ ਪੈਂਦੀ ਹੈ ਨਾ। ਉਹ ਨਾ ਚਾਹੁੰਦੇ ਹੋਏ ਅਰਥੀ ਨੂੰ ਹੱਥ ਪਾਉਂਦੇ ਨੇ। ਅਤੇ ਗੁਰਾਂ ਦੀ ਬਾਣੀ ਕਹਿੰਦੀ ਹੈ, ਉਹ ਸਕੇ ਵੀਰ ਅੰਮਾਂ ਦੇ ਜਾਏ, ਬਈ ਹੱਥੀ ਤੈਨੂੰ ਤੋਰ ਦੇਣਗੇ। ਸਕੇ ਵੀਰ ਅੰਮਾਂ ਦੇ ਤੇਰੇ ਜਾਏ, ਹੱਥੀ ਤੈਨੂੰ ਤੋਰ ਦੇਣਗੇ।
ਸਕੇ ਵੀਰ ਅੰਮਾਂ ਦੇ ਜਾਏ, ਅੰਮਾਂ ਦੇ ਤੇਰੇ ਜਾਏ, ਹੱਥੀਂ ਤੈਨੂੰ ਤੋਰ ਦੇਣਗੇ। ਹੋ ਸਕੇ ਵੀਰ ਅੰਮਾਂ ਦੇ ਜਾਏ, ਹੱਥੀਂ ਤੈਨੂੰ ਤੋਰ ਦੇਣਗੇ। ਅੰਮਾਂ ਦੇ ਜਾਏ, ਹੱਥੀਂ ਤੈਨੂੰ ਤੋਰ ਦੇਣਗੇ। ਸਕੇ ਵੀਰ ਅੰਮਾਂ ਦੇ ਜਾਏ, ਹੱਥੀਂ ਤੈਨੂੰ ਤੋਰ ਦੇਣਗੇ। ਸਕੇ ਵੀਰ ਅੰਮਾਂ ਦੇ ਜਾਏ, ਹੱਥੀਂ ਤੈਨੂੰ ਤੋਰ ਦੇਣਗੇ। ਸਕੇ ਵੀਰ ਅੰਮਾਂ ਦੇ ਜਾਏ, ਹੱਥੀਂ ਤੈਨੂੰ ਤੋਰ ਦੇਣਗੇ। ਸਕੇ ਵੀਰ ਅੰਮਾਂ ਦੇ ਜਾਏ, ਹੱਥੀਂ ਤੈਨੂੰ ਤੋਰ ਦੇਣਗੇ। ਹੋ ਸਕੇ ਵੀਰ ਅੰਮਾਂ ਦੇ ਤੇਰੇ ਜਾਏ, ਹੱਥੀਂ ਤੈਨੂੰ ਤੋਰ ਦੇਣਗੇ। ਸਕੇ ਵੀਰ ਅੰਮਾਂ ਦੇ ਜਾਏ, ਹੱਥੀਂ ਤੈਨੂੰ ਤੋਰ ਦੇਣਗੇ। ਹੋ ਸਕੇ ਵੀਰ ਅੰਮਾਂ ਦੇ ਜਾਏ, ਹੱਥੀਂ ਤੈਨੂੰ ਤੋਰ ਦੇਣਗੇ। ਵੇਖੋ ਪਿਆਰਿਓ, ਮਹਾਰਾਜ ਜੀ ਨੇ ਗੁਰਬਾਣੀ ਵਿੱਚ ਬਚਨ ਲਿਖੇ ਨੇ, ਮਲ ਕਲ ਮੌਤ ਜਾ ਆਪਸੀ, ਸਭ ਦਰਵਾਜੇ ਭੰਨ, ਤਿੰਨਾਂ ਪਿਆਰਿਆਂ ਭਾਈਆਂ, ਅੱਗੇ ਦਿੱਤਾ ਬੰਨ। ਹੁਣ ਇਹਨੂੰ ਇਹ ਜਿਹੜਾ ਬਚਨ ਹੈ ਨਾ ਭਗਤ ਜੀਆਂ ਦਾ, ਇਹਨੂੰ ਜਦੋਂ ਵਿਚਾਰ ਕਰਾਂਗੇ ਨਾ, ਭਗਤ ਜੀਆਂ ਨੇ ਬਚਨ ਲਿਖਿਆ ਤਿੰਨਾਂ ਪਿਆਰਿਆਂ ਭਾਈਆਂ। ਕਦੇ ਵੀ ਡੈੱਡ ਬਾਡੀ ਨੂੰ ਜਦੋਂ ਆਪਾਂ ਚੁੱਕਦੇ ਹਾਂ ਨਾ, ਖਿਆਲ ਕਰਿਓ, ਆਪਾਂ ਨੂੰ ਪਤਾ ਇਕੱਲੇ ਇਕੱਲਿਆਂ ਨੂੰ, ਮੈਂ ਵੀ ਆਪਣੇ ਕੰਧਿਆਂ 'ਤੇ ਚੁੱਕੀ ਹੈ, ਤੁਸੀਂ ਵੀ ਚੁੱਕੀਆਂ ਹੋਣਗੀਆਂ ਜਾਂ ਚੁੱਕਦੇ ਵੇਖੇ ਹੋਣਗੇ। ਡੈੱਡ ਬਾਡੀ ਨੂੰ, ਮੁਰਦਾ ਸਰੀਰ ਨੂੰ ਚੱਕਣ ਵਾਲੇ ਜਿਹੜੇ ਹੁੰਦੇ ਨੇ ਨਾ, ਲਿਖ ਲਓ ਇਸ ਗੱਲ ਨੂੰ, ਬਾਣੀ ਨੇ ਕਹਿ ਦਿੱਤਾ ਤੇ ਆਪਾਂ ਵੇਖਦੇ ਵੀ ਹਾਂ, ਉਸ ਜਾਣ ਵਾਲੇ ਸੱਜਣ ਦੇ ਸਭ ਤੋਂ ਜ਼ਿਆਦਾ ਉਹਨੂੰ ਪਿਆਰ ਕਰਨ ਵਾਲੇ ਹੁੰਦੇ ਨੇ ਜਿਹੜੇ ਡੈੱਡ ਬਾਡੀ ਨੂੰ ਮੋਢਾ ਲਾਉਂਦੇ ਨੇ, ਅਰਥੀ ਨੂੰ ਮੋਢਾ ਲਾਉਂਦੇ ਨੇ। ਉਹ ਸਭ ਤੋਂ ਪਿਆਰੇ ਹੁੰਦੇ ਨੇ ਉਹਦੇ 'ਚ, ਭਾਵੇਂ ਪੁੱਤ ਨੇ, ਭਾਵੇਂ ਭਤੀਜੇ ਨੇ, ਭਾਵੇਂ ਭਾਣਜੇ ਨੇ, ਭਾਵੇਂ ਪਤੀ ਹੈ, ਭਾਵੇਂ ਕੋਈ ਵੀ ਹੈ। ਮਤਲਬ ਹੈ ਵੀ ਉਹਦੇ ਬਾਡੀ ਦੇ ਜਿਹੜਾ ਥੱਲੇ ਮੋਢਾ ਹੈ ਨਾ ਅਰਥੀ ਨੂੰ, ਉਹ ਸਭ ਤੋਂ ਪਿਆਰਿਆਂ ਦਾ ਹੈ। ਮਹਾਰਾਜ ਜੀ ਕਹਿੰਦੇ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਉਹ ਤੋਰ ਲੈਂਦੇ ਨੇ ਆਪਣੇ ਅੱਗੇ, ਚਾਰ ਭਰਾ ਚੁੱਕੀ ਜਾਂਦੇ ਨੇ, ਬਾਕੀ ਸਾਰੇ ਪਿੱਛੇ ਤੁਰੇ ਆਉਂਦੇ ਨੇ। ਤੇ ਫਿਰ ਕੀ ਲਿਖਿਆ? ਬਸ ਇਹ ਉਹ ਸਮੇਂ ਦਾ ਅਲੰਕਾਰ ਖਿੱਚਿਆ। ਕੀ ਆਖਿਆ? ਤੇਲ ਜਲੇ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ, ਰੇ ਬੌਰੇ ਤੋਹੇ ਘਰੀ ਨਾ ਰਾਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਨਾ ਚਾਹੁੰਦੇ ਹੋਏ ਵੀ ਤੈਨੂੰ ਲੈ ਕੇ ਜਾਣਗੇ ਸ਼ਮਸ਼ਾਨ ਘਾਟ। ਜਿਹੜਾ ਤੈਨੂੰ ਗੁਰਬਾਣੀ ਰੋਜ਼ ਆਵਾਜ਼ਾਂ ਮਾਰਦੀ ਸੀ ਨਾ, ਫਰੀਦਾ ਗੌਰ ਨਿਮਾਣੀ ਛੱਡ ਕਰੇ ਨੇ ਘਰਿਆ, ਘਰ ਆਓ ਸਰ ਪਰ ਮੈਥਾ ਆਵਣਾ, ਮਰਨੋਂ ਨਾ ਡਰਿਆ ਹੋ। ਕਹਿੰਦੇ ਇੱਕ ਦਿਨ ਲਾਜ਼ਮੀ ਤੇਰਾ ਜਿਹੜਾ ਸਰੀਰ ਦਾ ਐਂਡ ਹੈ, ਤੇਰੇ ਸਰੀਰ ਦਾ ਜਿਹੜਾ ਅਖੀਰਲਾ ਘਰ ਹੈ, ਉਹ ਕੀ ਹੈ? ਸਿਵੇ ਸ਼ਮਸ਼ਾਨ ਘਾਟ ਤੇ ਕਬਰਾਂ। ਇਹੋ ਹੀ ਹੈ ਤੇਰਾ ਘਰ। ਉਧਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਹਿ ਦਿੱਤਾ, ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ, ਅਰਫੁਨ ਗ੍ਰਹਿ ਕੀ ਨਾਰ ਰਹਾਓ। ਤਨ ਤੇ ਪ੍ਰਾਨ ਹੋਤ ਜਬ ਨਿਆਰੇ, ਤੇਰਤ ਪ੍ਰੇਤ ਪੁਕਾਰ, ਆਦ ਘਰੀ ਕੋ ਨਹਿ ਰਾਖੈ, ਘਰ ਤੇ ਦੇਤ ਨਿਕਾਰ। ਚਾਹੁੰਦਾ ਨਹੀਂ ਬੰਦਾ, ਪਰ ਜਦੋਂ ਸਰੀਰ 'ਚ ਸਾਹ ਹੀ ਨਹੀਂ ਰਹੇ, ਕਰੀਏ ਕੀ? ਉਹ ਤੋਂ ਬਾਅਦ ਰੱਖ ਕੌਣ ਸਕਦਾ? ਉਹਦੇ ਤੋਂ ਬਾਅਦ ਲੈ ਕੇ ਜਾਣਾ ਪੈਂਦਾ ਭਾਈ। ਤੇ ਫਿਰ ਕਹਿੰਦੇ ਕੋਈ ਨਹੀਂ ਰੱਖਦਾ ਘਰ ਵਿੱਚ, ਨਾ ਚਾਹੁੰਦੇ ਹੋਏ ਵੀ ਧਾਹਾਂ ਮਾਰਦੇ, ਭੁੱਬਾਂ ਮਾਰਦੇ, ਪਰਿਵਾਰ ਦੇ ਮੈਂਬਰ ਪਿੱਛੇ ਤੁਰੇ ਜਾਂਦੇ ਨੇ, ਰੰਗਲੇ ਸੱਜਣ ਨੂੰ ਅੱਗੇ ਤੋਰ ਲੈਂਦੇ ਨੇ ਤੇ ਡਿੱਗਦੇ ਪੈਂਦੇ ਸ਼ਮਸ਼ਾਨ ਘਾਟ ਪਹੁੰਚ ਜਾਂਦੇ ਨੇ। ਸਤਿਗੁਰਾਂ ਦੀ ਬਾਣੀ ਕਹਿੰਦੀ ਆ, ਬੰਦਿਆ ਆਪਾਂ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆ ਪੜ੍ਹੀਏ, ਆ ਜਿਹੜੀ ਤੇਰੀ ਆਪਣਾ ਸਰੀਰ ਹੈ ਨਾ, ਸੁੰਦਰ ਦੇਹੀ ਮਿਲੀ ਹੈ, ਇਹਦੀ ਕੀਮਤ, ਇਹਦੀ ਵੈਲਿਊ ਓਨਾ ਚਿਰ ਹੈ ਜਿੰਨਾ ਚਿਰ ਇਹਦੇ 'ਚ ਸਵਾਸ ਚੱਲਦੇ ਨੇ। ਜਦੋਂ ਸਵਾਸ ਨਿਕਲ ਗਏ ਨਾ, ਭਾਵੇਂ ਦੁਨੀਆ ਦਾ ਰਾਜਾ ਹੈ, ਭਾਵੇਂ ਚੱਕਰਵਰਤੀ ਰਾਜਾ ਹੈ, ਭਾਵੇਂ ਪੀਰ ਹੈ, ਭਾਵੇਂ ਪੈਗੰਬਰ ਹੈ, ਭਾਵੇਂ ਔਲੀਆ ਹੈ, ਉਹਦਾ ਐਂਡ ਫਿਰ ਕੀ ਹੈ? 4 ਮਣ ਲੱਕੜਾਂ ਨੇ, ਹੋਰ ਕੁਛ ਨਹੀਂ ਹੈ ਸਰੀਰ ਦਾ। ਤੇ ਫਿਰ ਇਹਨੇ ਕਰਨਾ ਕੀ ਹੈ? ਸੁਣੋ ਫਿਰ ਆਪਾਂ ਇਤਿਹਾਸ ਸ਼ੁਰੂ ਕਰੀਏ।
ਆ ਚੰਦਨ ਦੇਹੀ ਨੂੰ ਇੱਕ ਦਿਨ ਮੁਰਦਾ ਆਖ ਚੱਕ ਲੈਣਾ। ਤੇਰੀ ਸੋਹਣੀ ਦੇਹੀ ਨੂੰ ਇੱਕ ਦਿਨ ਮੁਰਦਾ ਆਖ ਚੁੱਕ ਲੈਣਾ। ਚੰਦਨ ਦੇਹੀ ਨੂੰ ਇੱਕ ਦਿਨ ਮੁਰਦਾ ਆਖ ਚੱਕ ਲੈਣਾ। ਆ ਸੋਹਣੀ ਦੇਹੀ ਨੂੰ ਇੱਕ ਦਿਨ ਮੁਰਦਾ ਆਖ ਚੱਕ ਲੈਣਾ। ਆ ਚੰਦਨ ਦੇਹੀ ਨੂੰ ਇੱਕ ਦਿਨ ਮੁਰਦਾ ਆਖ ਚੱਕ ਲੈਣਾ। ਆ ਸੋਹਣੀ ਦੇਹੀ ਨੂੰ ਇੱਕ ਦਿਨ ਮੁਰਦਾ ਆਖ ਚੱਕ ਲੈਣਾ। ਪਿੱਛੇ ਰੋਂਦੇ ਜਾਵਣਗੇ ਸਕੇ ਸੰਬੰਧੀ ਭਾਈ ਭੈਣਾ। ਪਿੱਛੇ ਰੋਂਦੇ ਜਾਵਣਗੇ ਸਕੇ ਸੰਬੰਧੀ ਭਾਈ ਭੈਣਾ। ਜਾਵਣਗੇ ਸਕੇ ਸੰਬੰਧੀ ਭਾਈ ਭੈਣਾ। ਪਿੱਛੇ ਰੋਂਦੇ ਜਾਵਣਗੇ ਸਕੇ ਸੰਬੰਧੀ ਭਾਈ ਭੈਣਾ। ਸੇਵਾ ਸਿਮਰਨ ਕਰ ਲੈ ਬੰਦਿਆ ਮੰਨ ਲੈ ਗੁਰਾਂ ਦਾ। ਸੇਵਾ ਸਿਮਰਨ ਕਰ ਲੈ ਓ ਬੰਦਿਆ ਮੰਨ ਲੈ ਗੁਰਾਂ ਦਾ ਕਹਿਣਾ। ਸਿਮਰਨ ਕਰ ਲੈ ਓ ਬੰਦਿਆ ਮੰਨ ਲੈ ਗੁਰਾਂ ਦਾ ਕਹਿਣਾ। ਸੇਵਾ ਸਿਮਰਨ ਕਰ ਲੈ ਤੂੰ ਬੰਦਿਆ ਮੰਨ ਲੈ ਗੁਰਾਂ ਦਾ ਕਹਿਣਾ। ਛਕ ਅੰਮ੍ਰਿਤ ਖੰਡੇ ਦਾ ਛਕ ਅੰਮ੍ਰਿਤ ਖੰਡੇ ਦਾ ਬੰਦਿਆ ਮੰਨ ਲੈ ਗੁਰਾਂ ਦਾ ਕਹਿਣਾ। ਅੰਮ੍ਰਿਤ ਖੰਡੇ ਦਾ ਜਗ ਤੇ ਸੁਖੀ ਸਦਾ ਜੇ ਰਹਿਣਾ। ਅੰਮ੍ਰਿਤ ਖੰਡੇ ਦਾ ਜਗ ਤੇ ਸੁਖੀ ਸਦਾ ਜੇ ਰਹਿਣਾ। ਛਕ ਅੰਮ੍ਰਿਤ ਖੰਡੇ ਦਾ ਜਗ ਤੇ ਸੁਖੀ ਸਦਾ ਜੇ ਰਹਿਣਾ। ਆ ਸੋਹਣੀ ਦੇਹੀ ਨੂੰ ਇੱਕ ਦਿਨ ਮੁਰਦਾ ਆਖ ਚੱਕ ਲੈਣਾ। ਤੇਰੀ ਚੰਦਨ ਦੇਹੀ ਨੂੰ ਇੱਕ ਦਿਨ ਮੁਰਦਾ ਆਖ ਚੱਕ ਲੈਣਾ। ਸੋਹਣੀ ਦੇਹੀ ਨੂੰ ਇੱਕ ਦਿਨ ਮੁਰਦਾ ਆਖ ਚੱਕ ਲੈਣਾ। ਤੇਰੀ ਚੰਦਨ ਦੇਹੀ ਨੂੰ ਇੱਕ ਦਿਨ ਮੁਰਦਾ ਆਖ ਚੱਕ ਲੈਣਾ। ਫਿਰ ਤਾਂ ਮਹਾਰਾਜ ਜੀ ਕਹਿੰਦੇ ਤਨ ਤੇ ਪ੍ਰਾਨ ਹੋਤ ਜਦ ਨਿਆਰੇ ਟੇਰਤ ਪ੍ਰੇਤ ਪੁਕਾਰ। ਆਦ ਘਰੀ ਕੋ ਨਹਿ ਰਾਖੈ ਘਰ ਤੇ ਦੇਤ ਨਕਾਰ। ਫਿਰ ਤਾਂ ਨਾ ਚਾਹੁੰਦੇ ਹੋਏ ਚੁੱਕ ਲੈਣਾ ਤੇ ਕਰਨਾ ਕੀ ਹੈ ਹੁਣ ਧਿਆਨ ਦੇਣਾ। ਬੰਦਿਆ ਛੱਡ ਦੇ ਪਾਪ ਕਰਨੇ, ਛੱਡ ਦੇ ਬੁਰੇ ਕੰਮ ਕਰਨੇ, ਛੱਡ ਦੇ ਭੈੜੀਆਂ ਆਦਤਾਂ। ਜਿਹੋ ਜਿਹਾ ਧੰਨ ਗੁਰੂ ਨਾਨਕ ਦੇਵ ਸਾਹਿਬ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੰਦਾ ਚਾਹੁੰਦੇ ਨੇ, ਜਿਹੋ ਜਿਹਾ ਸਿੱਖ ਚਾਹੁੰਦੇ ਨੇ ਉਹੋ ਜਿਹਾ ਬਣ ਜਾ। ਚੰਗੇ ਕਰਮ ਕਰਿਆ ਕਰ, ਸ਼ੁਭ ਕਰਮ ਕਰਿਆ ਕਰ। ਆ ਜਿਹੜਾ ਸਰੀਰ ਹੈ ਨਾ ਇਹ ਪਤਾ ਨਹੀਂ ਕਦੋਂ ਕਿਵੇਂ ਤੇ ਕਿੱਥੇ ਇਹਦਾ ਐਂਡ ਹੋ ਜਾਵੇ। ਨਾ ਮੈਨੂੰ ਪਤਾ ਨਾ ਤੁਹਾਨੂੰ ਪਤਾ ਹੈ, ਕੋਈ ਪਤਾ ਨਹੀਂ ਕਿਸੇ ਨੂੰ। ਕੀ ਇਹ ਗੱਲਾਂ ਝੂਠੀਆਂ ਨੇ? ਤੁਹਾਡੇ 'ਚ 5-4 ਸੱਜਣ ਐਸੇ ਬੈਠੇ ਹੋਣਗੇ, ਆਪਾਂ ਗੱਡੀ ਤੇ ਜਾਂਦੇ ਹਾਂ, ਮੋਟਰਸਾਈਕਲ ਤੇ ਜਾਂਦੇ ਹਾਂ, ਆਪਣੇ ਸਾਹਮਣੇ ਇਹ ਭਾਂਡੇ ਫੁੱਟੇ ਨਹੀਂ ਸੜਕਾਂ 'ਤੇ। ਆਪਾਂ ਤੁਰੇ ਜਾਂਦੇ ਹਾਂ, ਸਾਹਮਣੇ ਗੱਡੀਆਂ ਭਿੜਦੀਆਂ ਨੇ। ਮੇਰੇ ਸਾਹਮਣੇ 2 ਨੌਜਵਾਨ, ਇੱਕ ਦੀ ਉਮਰ 32 ਸਾਲਾਂ ਦੀ, ਇੱਕ ਦੀ 18 ਸਾਲਾਂ ਦੀ, ਅਤੇ ਅੱਗੋਂ ਬਲੈਰੋ ਗੱਡੀ ਆਉਂਦੀ ਹੈ, ਮੇਰੇ ਅੱਗੇ ਮੋਟਰਸਾਈਕਲ ਜਾਂਦਾ ਹੈ। ਅਤੇ ਪਿਆਰ ਵਾਲਿਓ, ਉਹ ਜਿਹੜਾ ਸੀ ਗੱਡੀ ਵਾਲਾ ਸ਼ਰਾਬੀ ਸੀ, ਅਤੇ ਉਹਨੇ ਨਾ ਕੱਚੇ ਦੇ ਵਿੱਚੋਂ ਮੋਟਰਸਾਈਕਲ ਵਾਲੇ ਬੱਚੇ ਚੱਕ ਲਏ। ਬੱਚੇ ਚੁੱਕੇ, ਜਿਹੜਾ 18 ਸਾਲ ਦਾ ਬੱਚਾ ਸੀ ਨਾ ਘੱਟੋ ਘੱਟ ਵੀ 15-16 ਫੁੱਟ ਉੱਚਾ ਗਿਆ, ਇੰਨਾ ਉੱਚਾ। ਗੱਡੀ ਬਹੁਤ ਜ਼ਿਆਦਾ ਭੱਜੀ ਹੋਈ ਸੀ। 1 ਸਕਿੰਟ ਲੱਗਿਆ ਗੁਰਮੁਖੋ, 1 ਸਕਿੰਟ, ਹਾਏ ਵੀ ਨਹੀਂ ਆਖਿਆ ਗਿਆ। ਉਹਦੀ ਤਾਂ ਉੱਪਰੋਂ ਹੀ ਜਾਨ ਨਿਕਲੀ ਆ, ਉੱਪਰੋਂ ਜਾਨ ਨਿਕਲ ਕੇ ਥੱਲੇ ਡਿੱਗਿਆ, ਬਿਲਕੁਲ ਮੇਰੀਆਂ ਅੱਖਾਂ ਸਾਹਮਣੇ। ਤੁਹਾਡੇ ਸਾਹਮਣੇ ਵੀ ਐਸਾ ਹੁੰਦਾ ਹੈ। ਸੋ ਕਹਿਣ ਤੋਂ ਭਾਵ ਉਹ ਸਮਾਂ ਆਉਣ ਤੋਂ ਪਹਿਲਾਂ ਸਤਿਗੁਰੂ ਜੀ ਕਹਿੰਦੇ ਬੰਦਿਆ ਮਰਨ ਤੋਂ ਪਹਿਲਾਂ ਤੈਨੂੰ ਜਿਉਣਾ ਆਉਣਾ ਚਾਹੀਦਾ ਹੈ। ਜਿਉਣ ਦੀ ਜਾਂਚ ਸਿੱਖ। ਕੀ ਜਿਉਣਾ ਸਾਡਾ ਸਹੀ ਹੈ? ਜੇ ਜਿਉਣਾ ਸਹੀ ਹੈ, ਮੌਤ ਜਿੱਥੇ ਮਰਜ਼ੀ ਆ ਜਾਵੇ ਤੇ ਫਿਰ ਮੌਤ ਪ੍ਰਵਾਨ ਹੈ। ਜੇ ਜਿਉਣਾ ਸਾਡਾ ਗਲਤ ਹੈ ਫਿਰ ਮੌਤ ਜਿਹੋ ਜੀ ਮਰਜ਼ੀ ਜਿੱਥੇ ਮਰਜ਼ੀ ਆਵੇ, ਮੌਤ ਪ੍ਰਵਾਨ ਨਹੀਂ ਹੈਗੀ ਗੁਰਮਤਿ ਦੇ ਵਿੱਚ। ਸਾਧ ਸੰਗਤ, ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਹੀ
मरना प्रवान है, उन्हां दा ही जिउणा प्रवान है जिन्हां दा चित्त गुरु चरनां नाल जोड़िया। की लिखिया महाराज जी ने, कहो नानक जिन सच तजिया कूड़े लागे तिन्नी जन्म जूए हारिया। जिन्हां ने सच नूं छड्ड दिता, कूड़ दे विच लग गए, कूड़ कूड़े नेहों लगा विसरिया करतार, ते कूड़ दे विच चित्त जोड़ के करतार परमात्मा नालों प्यार तोड़ लिया। कहंदे उन्हां दा जन्म जूए च गया, बेकार गया, ऐवें गया। ते इधर दूसरे पासे कहो नानक इहो शरीर प्रवान होआ जिन सतगुर स्यों चित्त लाया। इधर ये लिखिया पिया। सो आपां ध्यान देना भी ये हीरे जैसा जन्म है कौडी बदले जाए, ऐसा ना हो जावे। सतगुरां ने सानू आख्या, पहला मैनू कहिंदे ने, फिर आपां नू सारिआं नू आखदे ने। आ मौत दे समय, जन्म दे समय, खुशी दे समय, गमी दे समय गुरु दा उपदेश है। तो सतगुरु जी कहते ना, भोले बंदे ने की कीता, इनू पता ना लग्या भी चंदन वर्गी देही नू एक दिन मुर्दा आख चुक लेना। सुनियो मेरे धारना याद आ गई है, पढ़ो प्रेम नाल सारे। ओ हीरा जन्म गुरां दे कोलों मिलिया सी, भुल के गुरु दी बाणी नू, भुल के गुरु दे उपदेश नू बंदे ने की कीता, कौडियां दे पारोलता। हीरा जन्म गुरां दे कोलों मिलिया सी, कौडियां दे पारोलता। जन्म गुरां दे कोलों मिलिया सी, कौडियां दे पारोलता। हीरा जन्म गुरां दे कोलों मिलिया सी, कौडियां दे पारोलता। हीरा जन्म गुरां दे कोलों मिलिया सी, कौडियां दे पारोलता। हीरा जन्म गुरां दे कोलों मिलिया सी, कौडियां दे पारोलता। ओ हीरा जन्म गुरां दे कोलों मिलिया सी, गुरां दे कोलों मिलिया सी, कौडियां दे पारोलता। ओ हीरा जन्म गुरां दे कोलों मिलिया सी, कौडियां दे पारोलता। गुरां दे कोलों मिलिया सी, कौडियां दे पारोलता। हीरा जन्म गुरां दे कोलों मिलिया सी, कौडियां दे पारोलता। हीरा जन्म गुरां दे कोलों मिलिया सी, कौडियां दे पारोलता। हीरा जन्म गुरां दे कोलों मिलिया सी, कौडियां दे पारोलता। जी रैन गवाई सोए कै दिवस गवाया, हीरे जैसा जन्म है कौडी बदले जाए। वीर मानस जन्म दुलंब है, होए न बारे। ज्यों बन फल पाके भोए गिरह, बाहर न लागे डार। सौ ओला मैं दिन के राती मिलन सहंस, सिफत सलाहन छड्ड के करंगी लगा। ऐसा नहीं होण देना गुरु प्यार वालिओ। जिंदगी दी जिहड़ी ये तकड़ी है ना, अपनी तकड़ी एक हैगी माड़े कर्मां दी, एक है चंगे कर्मां दी। चंगे कर्मां वाले पल्ले दे विच ही वस्तु पाओ चंगे कर्मां दा। माड़े कर्मां वाले पासे दा देखो भी ना, क्योंकि फिर जदों भुगतने पैंदे ने ना गुरमुखो, चीकां निकलदियां ने, फिर झल्लने औखे हो जाते हैं। जो भी दुख है अपनी जिंदगी विच, अपने परिवार विच, समाज विच, वो सच जानो गुरबाणी के आधार पर साडा बीजिया होया है।
ऐसा नहीं है भी वाहिगुरू किसी नाल अन्याय करता है, वाहिगुरू किसी नाल धक्का करता है, सवाल ही पैदा नहीं। वाहिगुरू मेहरबान है, वाहिगुरू सदबख्शंद है, वाहिगुरू दयालु है, वाहिगुरू कृपालु है। इस करके ये उस ओह जी खेती ना बीजो, उस तरह की फसल ना बीजो जिहड़ी बाद विच वड्ढणी औखी हो जाए, उही जी ना बीजो। तां रहो विचार गुरु अमरदास महाराज सतगुरु सच्चे पातशाह गोइंदवाल साहब की धरती ते पातशाह जी भाग ला रहे ने, संगतां सेवा कर रही ने। सेवा दे विच गुरु का परिवार भी है, जिस दे विच सतगुरां दे सपुत्र कह लो बाबा मोहन जी, बाबा मोहरी जी, सतगुरां दियां सत्कारयोग सपुत्रियां बीबी दानी जी, बीबी भानी जी, सतगुरां दे जुआई भाई रामा जी, भाई जेठा जी, ते गुरु की संगत, गुरु के सिख ब्रह्म ज्ञानी गुरसिख जिन्हां ने गुरु के भाणे विच, गुरु के हुक्म दे विच ही जिंदगी गुजारी है। ऐसे गुरसिख सेवा चल रही है, सेवा का कुंभ चल रहा है। अज जदों आसा जी की वार की समाप्ति हुई, समाप्ति होने तो बाद गुरु अमरदास महाराज जी ने संगत नूं आख्या, संगत जी अज तुहाडे नाल प्यार दे बचन करने ने, थोड़ा समा ठहर के जाना। सतबचन महाराज उस वेले की होया, अज संगत का इकट्ठ पहलां नालों ज़्यादा हो गया भी सतगुर जी जरूर कोई कौतक, जरूर कोई ऐसा कुछ दसणगे जिहड़ा अपने वास्ते खास है। वड्डा इकट्ठ हो गया। सतगुर भाणे अपने बह परिवार सदाया, अपना परिवार बुला लिया मेरे पातशाह ने। परिवार जदों संगत रूप परिवार, कल्ले परिवार की गल नहीं, इत्थे संगत रूप परिवार बुलाया, जिस दे विच सब तो अगे बैठे ने सतगुरां दी सत्कारयोग सुपुत्री बीबी भानी जी, जिन्हां दा विआह जिहड़ा सी भाई जेठा जी भाव चली पीढ़ी सोढियां धन गुरु रामदास महाराज जी नाल होया होया सी, पर उस वेले दा नाम भाई जेठा जी सी। तां बीबी भानी जी सब तो अगे बैठे ने संगत विच, बीबियां वाली साइड, ते साध संगत सतगुर जी अपनी मौज विच बैठे। ते जदों मौज विच बैठे ना, अचनचेत मुखार बिंद तो संगत नूं संबोधन करके बीबी भानी जी ने पुछ लिया, पिता गुरु जी कृपा करो, सारा परिवार सारी संगत आ गई है, अज संगत नूं काहदे वास्ते बुलाया, सतगुर जी कृपा करके दसो। उस वेले गुरु अमरदास महाराज ने, क्योंकि याद रखना गुरु जी का सानू हुक्म है, बोली है सच धर्म, सच बोलना ही धर्म है, झूठ ना बोली है। जो गुर दस्सै वाट मुरीदां जोली है, जो गुरु का हुक्म है वो सिख मन के दिखावे, ये है। तो गुरु अमरदास महाराज जी अपनी धी राणी नूं कहण लगे, धीए तूं पुछिया भी काहदे वास्ते बुलाया, दस दईए। हाँ महाराज दसो, कृपा करो। जिहड़ा बचन महाराज जी ने आख्या वो सुनियो। ये सोनी दुनिया नू असां छड्ड जाना, असां छड्ड जाना, रंगली दुनिया असां छड्ड जाना, असां छड्ड जाना। ये सोनी दुनिया नू असां छड्ड जाना, असां छड्ड जाना, रंगली दुनिया नू असां छड्ड जाना, असां छड्ड जाना। ये सोनी दुनिया नू असां छड्ड जाना, असां छड्ड जाना, रंगली दुनिया नू असां छड्ड जाना, असां छड्ड जाना। यह रंगली दुनिया नू असां छड्ड जाना, असां छड्ड जाना, रंगली दुनिया नू असां छड्ड जाना, असां छड्ड जाना। दुनिया नू असां छड्ड जाना, असां छड्ड जाना, रंगली दुनिया नू असां छड्ड जाना, असां छड्ड जाना। सोनी दुनिया नू असां छड्ड जाना, असां छड्ड जाना, रंगली दुनिया नू असां छड्ड जाना, असां छड्ड जाना। प्रीता पंख पराणी
दोनी सुहावा बाग सीधा पंख परौनी दोनी सुहावा बाग नौबत बजी सुबह स्यों चलन का कर साज नौबत बजी सुबह स्यों चलन का कर साज ये रंगली दुनिया नू असां छड्ड जाना असां छड्ड जाना रंगली दुनिया नू असां छड्ड जाना असां छड्ड जाना रंगली दुनिया नू असां छड्ड जाना असां छड्ड जाना रंगली दुनिया नू असां छड्ड जाना असां छड्ड जाना रंगली दुनिया नू असां छड्ड जाना असां छड्ड जाना रंगली दुनिया नू असां छड्ड जाना असां छड्ड जाना ਉੱਥੇ ਜਦੋਂ ਆਖਿਆ ਭਾਈ ਉੱਥੇ ਆਖਿਆ ਮਹਾਰਾਜ ਜੀਆਂ ਨੇ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ ਹਮ ਭੀ ਵਈਆਂ ਡੁੰਮਣੀ ਰੋਵਾਂ ਝੀਣੀ ਬਾਣ ਕਹਿੰਦੇ ਪਤਾ ਨਹੀਂ ਕਿੰਨੇ ਸੱਜਣ ਇਹ ਦੁਨੀਆ ਤੋਂ ਤੁਰ ਗਏ ਨੇ ਕਿੰਨੇ ਨੇ ਤੁਰ ਜਾਣਾ ਕਿੰਨਿਆਂ ਦੀ ਵਾਰੀ ਲੱਗੀ ਪਈ ਆ ਕਿਸੇ ਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ ਇੱਥੇ ਕਹਿੰਦੇ ਅਸੀਂ ਵੀ ਹੁਣ ਇਹ ਚੋਲੇ ਨੂੰ ਬਦਲ ਦੇਣਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਚੋਲਾ ਪੁਰਾਣਾ ਹੋ ਗਿਆ ਗੁਰਮੁਖੋ ਹੁਣ ਬੱਚਿਆਂ ਵਾਸਤੇ ਕੀ ਹੁੰਦਾ ਭਾਵੇਂ ਮਾਂ ਭਾਵੇਂ ਪਿਓ ਬੜੇ ਪਿਆਰੇ ਹੁੰਦੇ ਨੇ ਉਮਰਾਂ ਦੀਆਂ ਗੱਲਾਂ ਨਹੀਂ ਉੱਥੇ ਤਾਂ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਦੀ ਪਰਿਭਾਸ਼ਾ ਅਫਸੋਸ ਜੇ ਸਾਨੂੰ ਗੁਰੂ ਦੀ ਪਰਿਭਾਸ਼ਾ ਦਾ ਪਤਾ ਚੱਲ ਜਾਵੇ ਨਾ ਦਾਸ ਸੱਚ ਕਹਿੰਦਾ ਅਸੀਂ ਰੋਟੀ ਬਾਅਦ ਵਿੱਚ ਖਾਈਏ ਤੇ ਪਹਿਲਾਂ ਗੁਰਬਾਣੀ ਜਪੀਏ ਪਹਿਲਾਂ ਭੋਜਨ ਛਕੀਏ ਪਹਿਲਾਂ ਭਜਨ ਛਕੀਏ ਫਿਰ ਭੋਜਨ ਕਰੀਏ ਪਰ ਜਦੋਂ ਸਾਨੂੰ ਗੁਰੂ ਦੀ ਪਰਿਭਾਸ਼ਾ ਦਾ ਪਤਾ ਨਹੀਂ ਹੈ ਨਾ ਫਿਰ ਅਸੀਂ ਗੁਰੂ ਨਾਲੋਂ ਟੁੱਟਦੇ ਟੁੱਟਦੇ ਐਡੀ ਦੂਰ ਚਲੇ ਗਏ ਇੱਕ ਦਿਨ ਫਿਰ ਬੰਦੇ ਨੇ ਕਹਿ ਦਿੱਤਾ ਨਾ ਜੀ ਅਸੀਂ ਕਿੱਥੇ ਕਰ ਸਕਦੇ ਹਾਂ ਸਾਡੇ ਕਰਮਾਂ ਵਿੱਚ ਕਿੱਥੇ ਨਹੀਂ ਐਸੀ ਸੋਚ ਨਹੀਂ ਬਣਾਉਣੀ ਚਾਹੀਦੀ ਬੰਦਿਆ ਜੇ ਤੂੰ ਗੱਡੀ ਚਲਾ ਸਕਦਾ ਹੈ ਤੂੰ ਟਰੈਕਟਰ ਚਲਾ ਸਕਦਾ ਹੈ ਤੂੰ ਮੋਟਰਾਂ 'ਚ ਬੰਨ੍ਹ ਸਕਦਾ ਹੈ ਤੂੰ ਬਹੁਤ ਵੱਡੇ ਵੱਡੇ ਜਹਾਜ਼ ਉਡਾ ਸਕਦਾ ਕਿੰਨੇ ਕੰਮ ਕਰਦਾ ਹੈ 5 ਘੁੱਟਾਂ ਅੰਮ੍ਰਿਤ ਦੀਆਂ ਨਹੀਂ ਪੀ ਸਕਦਾ ਕੀ ਇਹ ਤੇਥੋਂ ਨਹੀਂ ਹੁੰਦਾ ਨਹੀਂ ਜਲਦੀ ਕਰ ਲੈ ਇਹੋ ਹੀ ਤਾਂ ਤੇਰਾ ਸਭ ਤੋਂ ਮੇਨ ਕੰਮ ਹੈ ਸਭ ਤੋਂ ਜ਼ਰੂਰੀ ਕੰਮ ਤਾਂ ਇਹੋ ਹੀ ਹੈ ਜ਼ਰੂਰ ਕਰਨਾ ਚਾਹੀਦਾ ਜ਼ਿੰਦਗੀ ਦਾ ਸਭ ਤੋਂ ਵੱਡਾ ਵਪਾਰ ਹੈ ਕਦੇ ਨਹੀਂ ਭੁੱਲਣਾ ਚਾਹੀਦਾ ਤੇ ਭਾਈ ਉਸ ਵੇਲੇ ਸਪੁੱਤਰੀ ਬੀਬੀ ਭਾਨੀ ਜੀ ਪਿਤਾ ਗੁਰੂ ਦੇ ਗਲ ਨੂੰ ਬੱਕੜੀ ਪਾ ਲਈ ਪਿਤਾ ਜੀ ਐਸਾ ਨਾ ਆਖੋ ਗੁਰੂ ਜੀ ਚੁੱਪ ਕਰ ਗਏ ਭਾਈ ਜੇਠਾ ਜੀ ਆ ਗਏ ਸਤਿਗੁਰੂ ਜੀ ਕਿੰਨਾ ਚਿਰ ਬੋਲੇ ਨਹੀਂ ਜਦੋਂ ਨਾ ਬੋਲੇ ਨਾ ਉਸ ਵੇਲੇ ਬੀਬੀ ਭਾਨੀ ਜੀ ਬੜੇ ਸਮਝਦਾਰ ਨੇ ਬੜੇ ਸਿਆਣੇ ਨੇ ਦੁਨੀਆ 'ਤੇ ਸ਼ਾਇਦ ਕੋਈ ਐਸੀ ਮਾਂ ਸ਼ਾਇਦ ਕੋਈ ਐਸੀ ਧੀ ਸ਼ਾਇਦ ਕੋਈ ਐਸੀ ਧਰਮ ਸਪਤਨੀ ਹੋਵੇ ਜਿਹਦੇ ਵਿੱਚ ਬੀਬੀ ਭਾਨੀ ਜੀ ਵਾਲੇ ਗੁਣ ਝਲਕਦੇ ਹੋਣ ਇੰਨੇ ਗੁਣ ਬਸ ਮੁੱਖੋਂ ਉਹੀ ਨਿਕਲਦਾ ਵੀ ਵਾਹ ਇੰਨੇ ਗੁਣ ਤਾਂ ਬੀਬੀ ਭਾਨੀ ਜੀ ਕੋਲ ਖੜ੍ਹੇ ਨੇ ਭਾਈ ਜੇਠਾ ਜੀ ਕੋਲ ਖੜ੍ਹੇ ਨੇ ਭਾਵ ਜਵਾਈ ਸਿੱਖ ਤੇ ਧੀ ਰਾਣੀ ਕੋਲ ਖੜ੍ਹੇ ਨੇ ਸੰਗਤ ਬੈਠੀ ਹੈ ਜਦੋਂ ਨਾ ਬੋਲੇ ਬੀਬੀ ਭਾਨੀ ਜੀ ਕਹਿਣ ਲੱਗੇ ਪਿਤਾ ਗੁਰੂ ਜੀ ਕੀ ਕਾਰਨ ਹੈ ਬੜਾ ਚਿਰ ਹੋ ਗਿਆ ਆਪ ਜੀ ਬੋਲੇ ਨਹੀਂ ਹੋ ਮੁਖਾਰ ਬਿੰਦ ਤੋਂ ਕਿਰਪਾ ਕਰੋ ਦੱਸੋ ਕੀ ਕਾਰਨ ਹੈ ਕੀ ਹੋ ਗਿਆ ਸਤਿਗੁਰਾਂ ਨੇ ਭਾਈ ਜੇਠਾ ਜੀ ਵੱਲ ਤੱਕਿਆ ਆਪਣੇ ਜਵਾਈ ਸਿੱਖ ਵੱਲ ਤੱਕਿਆ ਤੱਕ ਕੇ ਫਿਰ ਨੀਵੀਂ ਨੇਤਰ ਨੀਵੇਂ ਕਰ ਲਏ ਬੀਬੀ ਭਾਨੀ ਜੀ ਨੇ ਪਿਤਾ ਗੁਰੂ ਦੇ ਚਰਨਾਂ ਨੂੰ ਫੜ ਲਿਆ ਪਿਤਾ ਜੀ ਦੱਸੋ ਕੀ ਗੱਲ ਹੈ ਕਹਿੰਦੇ ਧੀਏ ਤੂੰ ਸਾਡੀ ਸੇਵਾ ਕਰਕੇ ਸਾਨੂੰ ਪ੍ਰਸੰਨ ਕੀਤਾ ਹੋਇਆ ਸਾਡੀ ਹਰ ਖੁਸ਼ੀ ਮੈਂ ਤੇਰੇ ਸਿਰ ਉੱਪਰੋਂ ਦੀ ਵਾਰਦਾ ਪਰ ਅੱਜ ਮੈਂ ਜੋ ਵੇਖ ਰਿਹਾ ਉਹ ਮੈਂ ਤੈਨੂੰ ਦੱਸ ਨਹੀਂ ਸਕਦਾ ਇੱਕ ਪਿਤਾ ਦੱਸ ਵੀ ਨਹੀਂ ਸਕਦਾ ਸੱਚ ਜਾਣੋ ਨਹੀਂ ਪਿਤਾ ਜੀ ਇਸ ਤਰ੍ਹਾਂ ਨਾ ਕਰੋ ਮੇਰਾ ਚਿੱਤ ਕਾਹਲਾ ਪੈ ਰਿਹਾ ਮੈਨੂੰ ਜ਼ਰੂਰ ਦੱਸੋ ਕੀ ਗੱਲ ਹੈ ਆਪ ਜੀ ਦੀਨ ਦੁਨੀਆ ਦੇ ਮਾਲਕ ਹੋ
सानू भाणा मनना सिखाया है। किरपा करो दसो गल की है। गुरु अमरदास महाराज जी कहते पुत्री तू सानू प्रसन्न कीता, साड़ियाँ खुशियां लईयां ने, पर ये तुहाडी जिहड़ी जोड़ी है मैं चाहुंदा सी भी ये सफ़र बड़ा लम्मा चले, तुहाडा कदे विछोड़ा ना होवे। कोई माँ कोई प्यो कोई भरा ये नहीं चाहुंदा भी कदे पति पत्नी का विछोड़ा होवे। वो चाहुंदा है भी चलो जदों लम्मियां उमरां होण उस वेले आपां संसार तो जाने आ, दुनिया जांदी है जाई जावे, उहदे च नहीं इन्ना फर्क पैंदा। पर जदों अधवाटे रिश्ते टुटदे ने ना उस वेले तां फिर रातां छोटियां पै जांदियां ने, खुशियां खंभ ला के उडारी मार के उड़ जांदियां ने, भुख मिट जाती है, कुछ पहिनण नूं चित नहीं करता, कुछ बोलण नूं चित नहीं करता। उस समय इहो जे बन जाते हैं। तो उस वेले जदों आखिया पिता जी दसो, धन गुरु अमरदास महाराज जी कहते पुत्री मैं तेरे वास्ते कितना सोहना वर लभ्या। हाँ महाराज कोई कमी नहीं है। भाई जेठा जी का जिहड़ा उन्हां दे गुण ने, उन्हां दी महानता है, वो सारे संसार विच जय जयकार हो रही है। महाराज ये सत है, कितना सोहना वर है, कितना लायक है। हाँ सतगुर जी बिल्कुल सही गल है। कहते फिर धीए मैं इस करके चुप हाँ, आउण वाला समा जिहड़ा मेरी धी का सुहाग संसार तो जा रहा है, मैं अपनी धी नूं वेख रहा, मेरी धी नूं उहदा जीवन साथी विछोड़ा देवेगा। धीए तेरे सुहाग की उम्र थोड़ी रह गई है। आखो सतनाम श्री वाहिगुरू। एक प्यो का एक माँ का किड्डा वड्डा साहस जिगरा चाहिए ये गल कहण वास्ते। तो जदों इस तरह आख्या सारे चुप कर गए, संगत नूं भी पता चल गया भी गुरु जी ने जिहड़े बचन ने वो अटल ने। हैं ऐसा भाणा अजे तो भाई जेठा जी जवानी दे विच ने, अजे तो गुरु अर्जन देव साहब महाराज की उम्र ही 4 साल की है, छोटी उम्र है दोते दी गुरु अमरदास महाराज जी दे। एडी छोटी उम्र विच गुरु अर्जन देव साहब महाराज जी अनाथ यतीम हो जाणगे। ओहो कैसे दुख की गल। ते बीबी भानी जी जिहड़े संगत नूं इन्ना प्यार करते हैं, इन्ना ज़्यादा प्यार करते हैं, समुची संगत के नेत्रां चों जल चल गया, संगत बराग विच आ गई। सतगुर जी ऐसा होवेगा। सच जानो वो बहुत भागां वालियां धीआं ने जिन्हां नूं पति का साथ है, जिन्हां दे नाल पति खड़ा है। भावें लख माड़ा होवे पर पति तो है ना, वो पति वालियां ने। पर किसी कारण करके जिन्हां दे तुर गए, सारियां धीआं एडे भागां वालियां नहीं हुंदियां। बहुत धीआं ने जिन्हां दे पति संसार तो तुर गए, ना उधर जोगियां ना उधर जोगियां। बस पुछो कदे उन्हां मावां नूं, पुछो कदे उन्हां दे प्योआं नूं, पुछो उन्हां दे भरावां नूं जिन्हां दे तुर गए इस वेले संसार तो। सतगुरां ने लिख दिता बाणी विच, इत्थों तुर गए ने जिन्हां दे सज्जण रंग ले, उन्हां दा की हाल होवेगा। इत्थों तुर गए ने जिन्हां दे सज्जण रंग ले, उन्हां दा की हाल होवेगा। जिन्हां दे सज्जण रंग ले, उन्हां दा की हाल होवेगा। इत्थों तुर गए ने जिन्हां दे सज्जण रंग ले, उन्हां दा की हाल होवेगा। तो तुर गए ने जिन्हां दे सज्जण रंग ले, उन्हां दा की हाल होवेगा। ए तो तुर गए ने जिन्हां दे सज्जण रंग ले, उन्हां दा की हाल होवेगा। इत्थों तुर गए ने जिन्हां दे सज्जण रंग ले, जिन्हां दे सज्जण रंग ले, उन्हां दा की हाल होवेगा। इत्थों तुर गए ने जिन्हां दे सज्जण रंग ले, उन्हां दा की हाल होवेगा। जिन्हां दे सज्जण रंग ले, उन्हां दा की हाल होवेगा। ओए तो तुर गए ने जिन्हां दे सज्जण रंग ले, उन्हां दा की हाल होवेगा। तुर गए ने
ਜਿਨ ਕੇ ਬੰਕੇ ਘਰੀ ਨਾ ਆਇਆ ਤਿਨ ਕਿਉਂ ਰੈਣ ਬਿਹਾਣੀ। ਬੰਕਾ ਕਹੀਏ ਸਿਰ ਦਾ ਸਾਈਂ ਪਤੀ, ਜਿਹਦਾ ਪਤੀ ਬਾਹਰ ਹੀ ਰਹਿ ਗਿਆ, ਮੈਦਾਨ ਦੇ ਜੰਗ ਵਿੱਚ ਰਹਿ ਗਿਆ, ਅਤੇ ਸਾਧ ਸੰਗਤ ਮੈਦਾਨੇ ਜੰਗ ਵਿੱਚ ਉਹਦੀ ਡੈਥ ਹੋ ਗਈ, ਸ਼ਹੀਦ ਹੋ ਗਿਆ, ਅਤੇ ਉਹ ਮੁੜ ਕੇ ਘਰ ਨਹੀਂ ਆਇਆ। ਪਤਨੀ ਉਡੀਕਦੀ ਹੈ, ਕਹਿੰਦੇ ਉਹਦੀ ਰਹਿੰਦੀ ਉਮਰ ਕਿਵੇਂ ਲੰਘੇਗੀ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਬੜੀਆਂ ਧੀਆਂ ਨੇ, ਕਿਉਂਕਿ ਆਪਣਾ ਸਮਾਜ ਹੈ। ਸਮਾਜ ਨੇ ਕੀ ਕਰਨਾ ਹੁੰਦਾ? ਡਿੱਗੇ ਪਏ ਦੀ ਹੈਲਪ ਕਰਨੀ, ਡਿੱਗੇ ਹੋਏ ਨੂੰ ਸਹਾਰਾ ਦੇਣਾ। ਪਰ ਆਪਣਾ ਸਮਾਜ ਹੈ, ਕਿਤੇ ਵਾਹਿਗੁਰੂ ਦੇ ਘਰ ਦੀਆਂ ਖੇਡਾਂ ਵਰਤਦੀਆਂ ਨੇ, ਪਤੀ ਸਿਰ ਤੋਂ ਉੱਠ ਗਿਆ, ਅਤੇ ਗੁਰਮੁਖੋ ਫਿਰ ਜਿਹੜੀ ਜ਼ਿੰਦਗੀ ਧੀ ਨੂੰ ਕੱਢਣੀ ਪੈਂਦੀ ਹੈ ਨਾ, ਪਤਨੀ ਨੂੰ, ਉਹ ਤਾਂ ਉਹੀ ਜਾਣਦੀ ਹੈ। ਕਿਉਂਕਿ ਸਮਾਜ ਆਪਣਾ ਹੈਲਪ ਕਰਨ ਦੀ ਬਜਾਏ ਦੁਖੀ ਕਰਦਾ। ਫਿਰ ਇਹ ਆਪਾਂ ਸਮਝਦੇ ਹਾਂ ਵੀ ਕਿਵੇਂ ਕਿਵੇਂ ਦੁਖੀ ਕਰਦਾ। ਉਹਨੂੰ ਰਹਿੰਦੀ ਉਮਰ ਲੰਘਾਉਣੀ ਬੜੀ ਔਖੀ ਹੋ ਜਾਂਦੀ ਹੈ। ਵਾਹਿਗੁਰੂ ਕਿਰਪਾ ਕਰੇ ਸਭ ਦੀਆਂ ਜੋੜੀਆਂ ਸਲਾਮਤ ਰਹਿਣ, ਲੰਮੀਆਂ ਉਮਰਾਂ ਹੋਣ। ਤਾਂ ਉੱਥੇ ਆਖਿਆ, ਧੀਏ ਤੇਰੇ ਸੁਹਾਗ ਦੀ ਉਮਰ ਮੁੱਕੀ ਲੱਗਦੀ ਹੈ, ਬੜੀ ਥੋੜ੍ਹੀ ਉਮਰ ਹੈ। ਅਤੇ ਬੀਬੀ ਭਾਨੀ ਜੀ, ਵਾਜਬ ਜੀ ਗੱਲ ਹੈ, ਭਾਵੇਂ ਭਾਣੇ ਨੂੰ ਸੀਸ ਝੁਕਾਉਂਦੇ ਨੇ, ਗੁਰਬਾਣੀ ਨੂੰ ਸਮਰਪਿਤ ਨੇ, ਪਰ ਇੱਕ ਇਸ ਤਰ੍ਹਾਂ ਦੀ ਖਬਰ ਸੁਣ ਕੇ ਉਦਾਸੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਿੰਘਾਸਣ ਤੋਂ ਉੱਠ ਕੇ ਖੜ੍ਹੇ ਹੋ ਗਏ। ਧੀਏ ਤੂੰ ਹਰ ਤਰ੍ਹਾਂ ਦੀ ਸੇਵਾ ਕਰਕੇ ਮੈਨੂੰ ਪ੍ਰਸੰਨ ਕੀਤਾ, ਉਦਾਸ ਨਾ ਹੋ ਮੇਰੀ ਧੀ ਰਾਣੀ, ਉਦਾਸ ਨਾ ਹੋ। ਸਾਡਾ ਸਰੀਰ ਹੁਣ ਬੁੱਢਾ ਹੋ ਗਿਆ, ਅਸੀਂ ਸਰੀਰ ਕਰਕੇ ਬਜ਼ੁਰਗ ਹੋ ਗਏ ਹਾਂ। ਮੈਂ ਆਪਣੀ ਧੀ ਨੂੰ ਦੁਖੀ ਨਹੀਂ ਵੇਖ ਸਕਦਾ, ਮੈਂ ਆਪਣੀ ਧੀ ਦਾ ਇਹ ਵਿਛੋੜਾ ਨਹੀਂ ਵੇਖ ਸਕਦਾ। ਧੀਏ ਅਸੀਂ ਸੰਸਾਰ ਤੋਂ ਜਾਣਾ, ਮੈਂ ਆ ਰੰਗਲੀ ਦੁਨੀਆ ਨੂੰ ਛੱਡ ਕੇ ਤੁਰ ਜਾਣਾ। ਫਰੀਦਾ ਪੰਖ ਪ੍ਰਾਹੁਣੀ ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਬਹ ਸਿਉ ਚੱਲਣ ਕਾ ਕਰ ਸਾਜ। ਅਤੇ ਅਸੀਂ ਸੰਸਾਰ ਤੋਂ ਜਾਣਾ। ਧੀ ਰਾਣੀ, ਆ ਜਿਹੜੀ ਮੇਰੀ ਰਹਿੰਦੀ ਉਮਰ ਹੈ, ਇਹ ਮੈਂ ਆਪਣੇ ਜਵਾਈ ਸਿੱਖ ਨੂੰ ਦੇ ਕੇ ਚੱਲਿਆ। ਝੋਲੀ ਪਾ ਦਿੱਤੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਰਹਿੰਦੀ ਉਮਰ ਗੁਰੂ ਅਮਰਦਾਸ ਮਹਾਰਾਜ ਜੀ ਨੇ, ਪਰ ਮੈਂ ਤੁਹਾਡਾ ਵਿਛੋੜਾ ਨਹੀਂ। ਤਾਂ ਇਸ ਤਰ੍ਹਾਂ ਕਰਕੇ ਸਤਿਗੁਰ ਜੀ ਭਾਣਾ ਵਰਤਾਉਣ ਲੱਗੇ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਸਤਿਗੁਰ ਭਾਣਾ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ। ਮਹਾਰਾਜ ਜੀ ਕਹਿੰਦੇ ਸਾਡੇ ਤੋਂ ਪਿੱਛੋਂ ਨਾ ਗੁਰਬਾਣੀ ਨੂੰ ਗਾਉਣਾ, ਸਤਨਾਮ ਵਾਹਿਗੁਰੂ ਦਾ ਜਾਪ ਕਰਨਾ। ਇੱਧਰ ਸਾਧ ਸੰਗਤ ਕੁਝ ਸਮਾਂ ਪਹਿਲਾਂ ਜਦੋਂ ਭਾਈ ਜੇਠਾ ਜੀ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ ਨਹੀਂ ਸੀ ਆਏ, ਅਤੇ ਉਸ ਵੇਲੇ ਦੀ ਘਟਨਾ ਕੀ ਵਾਪਰੀ ਸੀ? ਬਾਸਰਕਾ ਪਿੰਡ ਸੀ ਨਾ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ। ਬਾਸਰਕੇ ਪਿੰਡ ਗੁਰੂ ਅਮਰਦਾਸ ਮਹਾਰਾਜ ਜੀ ਪਰਿਵਾਰ ਸਮੇਤ ਪਹੁੰਚੇ, ਅਤੇ ਇੱਧਰ ਨਾਨਾ ਨਾਨੀ ਦੇ ਕੋਲ ਰਹਿੰਦੇ 11-12 ਸਾਲਾਂ ਦੀ ਉਮਰ ਭਾਈ ਜੇਠਾ ਜੀ। ਜਦੋਂ 11-12 ਸਾਲਾਂ ਦੀ ਉਮਰ, ਨਾਨਾ ਨਾਨੀ ਬਜ਼ੁਰਗ ਹੋ ਗਏ, ਨਾਨੇ ਕੋਲੋਂ ਕਮਾਇਆ ਨਾ ਗਿਆ। ਉਸ ਵੇਲੇ ਕਹਿਣ ਲੱਗੇ, ਪੁੱਤਰ ਪੇਟ ਤਾਂ ਭਰਨਾ ਹੀ ਆ ਨਾ, ਹੁਣ ਪੇਟ ਭਰਨ ਵਾਸਤੇ ਕੁਝ ਤਾਂ ਕਰ। 11 ਸਾਲ ਦੀ ਉਮਰ ਵਿੱਚ ਗੁਰਮੁਖੋ ਭਾਈ ਜੇਠਾ ਜੀ ਨੇ ਟੋਕਰੀ ਚੁੱਕ ਲਈ ਘੁੰਗਣੀਆਂ ਵਾਲੀ। ਘੁੰਗਣੀਆਂ ਵੇਚਣੀਆਂ ਪਿੰਡ ਦੇ ਵਿੱਚ, ਕਰਾਰੀਆਂ ਘੁੰਗਣੀਆਂ ਵੇਚਦੇ। ਅਤੇ ਸਾਧ ਸੰਗਤ ਰਸਨਾ 'ਤੇ ਇੰਨਾ ਮਠਾਸ, ਇੰਨਾ ਪਿਆਰਾ ਆਵਾਜ਼, ਇੰਨਾ ਪਿਆਰਾ ਬੋਲ ਭਾਈ ਜੇਠਾ ਜੀਆਂ ਦਾ। ਇਤਿਹਾਸ ਕਹਿੰਦੇ ਜਦੋਂ ਘੁੰਗਣੀਆਂ ਵੇਚਣ ਘਰੋਂ ਨਿਕਲਦੇ ਨਾ, ਸੋਟੀ ਲੈ ਕੇ ਨਾਨੀ ਮਾਂ ਨਾਲ ਹੁੰਦੀ। ਨਾਨਾ ਜਿਹੜਾ ਸੀ ਉਹ ਮੰਜੀ 'ਤੇ ਬੈਠ ਗਿਆ, ਉਹਨਾਂ ਕੋਲੋਂ ਤੁਰ ਨਹੀਂ ਹੁੰਦਾ ਸੀ, ਬਜ਼ੁਰਗ ਹੋ ਗਏ ਸੀ। ਕਿਸੇ ਰਾਈਟਰ ਦੀ ਕਲਮ ਨੇ ਲਿਖਿਆ ਹੈ, ਦੇਣੇ ਵਾਲੇ किसी को गरीबी ना दे, मौत दे दे पर बदनसीबी ना दे। वो बदनसीब होंदे ने गुरमुखो जिन्हां नूं दुनिया ते कोई अपना घर बार चलाउण वास्ते भी पैसा ना मिले। तो इस तरह साध संगत इस तरह सतगुरु महाराज जी सानू कहंदे ने, बंदिया जे हसना है तां तैनूं हसना आउणा चाहीदा है, जे तू रोना तैनूं रोना आउणा चाहीदा है, जे तू बैठना तैनूं बैठना आउणा चाहीदा, जे खड़ा तैनूं खड़ना आउणा चाहीदा। सच जानो सानू तां अज तक हसना नहीं आया। असी हसदे हां गुरु की मत तो बगैर गलत थां ते। महाराज जी कहंदे हस तां लख वारी, पर एक चीज़ याद रखी महाराज, कित्थे हसना चाहिदा है, कित्थे नहीं हसना चाहिदा। हुण सतगुरु जी दसदे ने, कहंदे होर थावां ते हस, पर कुछ थावां ने जिथे कहंदे तैनूं हसना नहीं चाहिदा। सुणिओ प्रेम नाल की कहंदे। हुण भाई जेठा जी नूं वेख के जिहड़े मश्करियां करन वाले ने तां हसदे ने,
बुढ़ी माँ सोटी लैके नानी माँ नाल तुरी जाती है, तो भाई जेठा जी 11-12 सालों की उम्र है, पसीनों पसीनी हो जाते हैं। पर कुछ हसते ने तो कुछ कहते ने ओहो बुढ़ी माँ का बैठ के साध संगत हुण आराम करन दा वेला, बच्चे का खेडण दा वेला, तो आह वेले दे विच इहो जिहा समा बन गया खेडां वाहिगुरू दियां। पर महाराज जी कहते हसना है ना, हस तां जरूर पर इन्हां थावां ते ना हसी। हसना नहीं चाहिदा किसे दी गरीबी उत्ते, 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 हसना नहीं चाहिदा दुखिए नूं देख के, हसना नहीं चाहिदा दुखिए नूं देख के, ओ हसना नहीं चाहिदा दुखिए नूं देख के, हसना नहीं चाहिदा दुखिए नूं देख के, हसना नहीं चाहिदा दुखिए नूं देख के, हसना नहीं चाहिदा दुखिए नूं देख के। कहंदे किसे गरीब नूं किसे दुखीए नूं वेख के ना हस भी गुरु नूं चंगा नहीं लगदा। किसे दुखीए दी मदद करके किसे नूं मुश्किल विचों कढ के फिर तूं जोर जोर दा हस ते फिर गुरु नूं भाउंदा है। किसे गरीब दी मदद करके घरे आके हस, मित्रां विच बैठ के हस, गुरु नूं चंगा लगेगा। जे किसे गरीब दा खून दा प्याला भर के पी गया तो घरे आके हसदा, गुरु जी कहंदे मैनूं नहीं चंगा लगदा। सो इस करके ये सानू महाराज जी जुगतां दसदे ने सोहना जीवन ते चंगा मनुख बनन दियां। मौत आउण तो पहलां जदों हो गई मौत शरीर दी, सवासां दी टुट गई डोरी, तो फिर तो शमशान घाट लिजाण दीयां तैयारियां हो जांदियां ने, फिर नहीं कुछ हुंदा। इहदे तो पहलां करना है। आ जिहड़ा कथा कीर्तन आपां करदे आ ना, ये बाजे ढोलकियां वजाउण नूं कीर्तन नहीं कहंदे। कीर्तन कहंदे ने गुरु दी बाणी दी विचार नूं, गुरु दे बचनां नूं आपां ने समझना, झोली विच पाउणा, उहनूं कीर्तन कहंदे ने। भी मौत आउण तो पहलां बंदा समझ जावे दुख विच किवें जिउणा है, सुख विच किवें जिउणा है। तां उस वेले जदों भाई जेठा जी घुंगणियां बेचदे ने, कुछ पैसे बनते हैं शाम तक दिहाड़ी दे, ते वो पैसों का आटा लेंदे ने, दाल लेंदे ने, ते साध संगत जिन्हां दे घर गरीबी है, गरीबी दे अर्थ करन दी लोड़ नहीं, जिन्हां ने गरीबी कदे वेखी नहीं, उन्हां नूं पता ही नहीं भी गरीबी की हुंदी है। तां इउं समा लंघदा गया। एक समा ऐसा आया, कहंदे इन्ना प्यार पै गया नगर दे विच, बासर के पिंड दे विच भाई जेठा जियां दा। हुण वेखो जिहड़ा कोई चंगा मनुख हुंदा ना, उहनूं सारे प्यार करदे ने, सारे। जिवें कई बार ना अपने गुरु घरां दे विच बाबा जी होणी हुंदे ने, डाली वाले गुरसिख हुंदे ने, ते ओह जे चंगा गुरसिख है ना कोई, उहनूं सारे नगर दे वीर भाई बीबियां सारे कहंदे ने बड़ा चंगा है, बड़ा चंगा है। जे किते अचनचेत उहनूं नगर विचों जाना पै जे ना, अचनचेत किसी मजबूरी बस, तो मैं अखां नाल वेख्या सारा नगर ही रोंदा है उहनूं, उहदा घर घर विच प्यार हुंदा है, नगर रोंदा है भी ओहो वो चलिया गया। कहंदे हाँ कोई मजबूरी बन गई, पर उहदा प्यार पै गया। भाई जेठा जी तो दीन दुनिया के मालक ने, सारे नगर विच प्यार पै गया। कहंदे अज इहो जिहा समा आ गया, बीबियां भैणां बच्चे बजुर्ग कहंदे उडीक करन लग गए। कहंदे काम ते जाना सी, कहंदे जरूरी कोई काम सी इलाके विच, शहर विच। कहंदे जावांगे तां जरूर, पर कहंदे वो घुंगणियां वाले बच्चे दे दर्शन करके जावांगे। आखो सतनाम श्री वाहिगुरू। बचपन दे विच ही दिलां नूं खिच पाउंदे ने, उन्हां दे दर्शन करके ना फिर जावांगे। ते अज घुंगणियां लैके नानी माँ दे नाल जदों पिंड विच आए ना, ते इधरों गुरु अमरदास महाराज जी अचनचेत पिंड आए हुए ने बासर के परिवार दे नाल, ते गुरसिख संगतां ने बहुत वड्डा इकट्ठ है। ते जदों
आ रहे ने साध संगत। उस वेले इतिहास कहता है, कहते जदों भाई जेठा जी पहला सतनाम वाहिगुरू कहते, सतनाम वाहिगुरू, घुंगणियां भाई घुंगणियां खरीदो भाई, घुंगणियां ले लो, सतनाम वाहिगुरू जी घुंगणियां ले लो। इउं कहता इतिहास, जिन्हां ने तां घुंगणियां खरीदणियां हुंदियां वो तां भज के आउंदे। कई बीबियां कोई आटा गुंन रही हुंदी ते कोई पेड़ा कर रही हुंदी, ते कोई उस वेले गोहा कूड़ा जिहड़ा आपां करदे आ, गोहे विच हत्थ, किसे दे आटे विच हत्थ। जदों आ जाना कहंदे बीबियां कोई आटे वाले हत्थ ते कोई ओवें, साध संगत दरवाजियां अगे आके खड़ जांदियां। कहंदे जे घुंगणियां ना लैणियां ना, घट्टो घट्ट कहंदे बालक दे दर्शन तां करिए, जन्मां जन्मां दी भुख लैंदी है। आखो सतनाम श्री वाहिगुरू। ऐसा तां इस तरह साध संगत नाले तां घुंगणियां बेचते ने, नाले लोकी दर्शन करते हैं, नाले मुखों की कहते हैं वो सुनो। बालक जेठ भाई जेठा जी नूं सुना के कहते हैं, की कहते मिठे बोल ने प्रीतमा तेरे, मोह लिया सारी दुनिया नू। मिठे बोल ने प्रीतमा तेरे, मोह लिया सारी दुनिया नू। मिठे बोल ने प्रीतमा तेरे, मोह लिया सारी दुनिया नू। मिठे बोल ने प्रीतमा तेरे, मोह लिया सारी दुनिया नू। मिठे बोल ने प्रीतमा तेरे, मोह लिया सारी दुनिया नू। मिठे बोल ने प्रीतमा तेरे, मोह लिया सारी दुनिया नू। मिठे बोल ने प्रीतमा तेरे, प्रीतमा मोह लिया सारी दुनिया नू। मिठे बोल ने प्रीतमा तेरे, मोह लिया सारी दुनिया नू। मिठे बोल ने प्रीतमा तेरे, मोह लिया सारी दुनिया नू। मिठे बोल ने प्रीतमा तेरे, मोह लिया सारी दुनिया नू। मिठे बोल ने प्रीतमा तेरे, मोह लिया सारी दुनिया नू। मिठे बोल ने प्रीतमा तेरे, मोह लिया सारी दुनिया नू। मिठ बोलड़ा जी हर सज्जण स्वामी मोरा, हाँ सम्मल थकी जी ओह कदे ना बोले कौड़ा। कदे कौड़ा बोलता ही नहीं है, कौड़ा बोल ना जाना है, पूर्ण भगवाना है अवगण को ना चितारे। इसे करके गुरु नानक देव साहब जी कहते सिखा, मिठ बोलड़े गुरु दी बाणी, मिठी बाणी नाल जुड़ जा। क्यों फिरदा अशांत होया, क्यों फिरदा बेचैन होया, गुरु दी बाणी नाल जुड़ के वेखगा जिउण दा आनंद कैसा आवेगा। सच्चा आनंद, सच्चा सुख प्राप्त करिए गुरु की हजूरी विचों, गुरु के बख्शिशां दे विचों मिलता, गुरु के पात्र बन के। तो भाई उत्थे फिर जदों इस तरह अज शहर विच गेड़ा लाउण लगे, सतनाम वाहिगुरू जी घुंगणियां जी, सतनाम वाहिगुरू जी घुंगणियां जी। वेखो इस बचन नूं गंभीरता नाल विचारना है। जे रसना ने सतनाम वाहिगुरू नहीं जपिया ना, महाराज जी कहते जूठी वो चक्की फिरना, जिन्ने मर्जी ब्रश कर लै, जिन्ने मर्जी ला लै क्रीमां, जिन्नियां मर्जी ला लै पाउडर, जिन्नियां मर्जी महंगियां ला लै साबणा। जे सतनाम वाहिगुरू नहीं जपदा ना, ये रसना जूठी है। नाम कहत गोबिंद का सूची भई रसना। ये तो गोबिंद का नाम जप के सुची हुंदी है। राम गोबिंद जपेंदियां होआ मुख पवित्र, हार जस सुणीए जिस ते सोई भाई मित्र। ये तो गोबिंद परमात्मा का ये महिमा वड्याई उस्तत करके ही मुख पवित्र हुंदा है, वैसे हुंदा नहीं है। सतगुरां दा हुक्म है सानू। गुरु नानक देव साहब जी ने लंगर की चाली चलाई है, लंगर प्रथा चलाई है। गुरु अंगद देव साहब, गुरु अमरदास महाराज, गुरु रामदास महाराज अज तक चल रही है, अगे नूं चलती रहेगी। हुण लंगर विच की हुंदा दसो। अज तो चलो समा बदल गया, बदलना चाहिदा नहीं सी। असी लंगरां दे विच जोड़े भी लैके जाने, नंगे सिर भी छकदे, ये गुरमत नहीं है।
ਗੁਰੂ ਦੀ ਮਰਜ਼ਾਦਾ ਨਹੀਂ ਹੈ ਇਹ। ਲੰਗਰ ਤਾਂ ਆਪਾਂ ਆਪਣੇ ਘਰ ਵੀ ਜਦੋਂ ਛਕਦੇ ਹਾਂ, ਕਦੇ ਰਸੋਈ 'ਚ ਜੋੜੇ ਲੈ ਕੇ ਵੜਦੇ ਹਾਂ ਆਪਾਂ। ਜੇ ਜੋੜੇ ਲੈ ਕੇ ਵੜਦੇ ਹਾਂ, ਮੈਨੂੰ ਮਾਫ਼ ਕਰਿਓ, ਸਾਡੇ ਘਰੇ ਸੁੱਚ ਨਹੀਂ ਫਿਰ ਹੈਗੀ, ਰਸੋਈ ਦੀ ਸੁੱਚ ਨਹੀਂ ਹੈ। ਰਸੋਈ ਦੀ ਸੁੱਚ ਬਹੁਤ ਜ਼ਰੂਰੀ ਹੈ। ਅਤੇ ਰਸੋਈ ਦੇ ਵਿੱਚ ਜਿਹੜਾ ਖਾਣਾ ਬਣਦਾ ਉਹਨੂੰ ਛਕਣ ਵਾਲੇ ਦੇ ਅੰਦਰ ਵੀ ਸੁੱਚ ਹੋਣੀ ਚਾਹੀਦੀ ਹੈ ਅਤੇ ਬਾਹਰ ਵੀ ਸੁੱਚ ਹੋਣੀ ਚਾਹੀਦੀ। ਸੁੱਚ ਹੋਵੇ ਤਾਂ ਸੱਚ ਪਾਈਏ, ਸੁੱਚ ਬਹੁਤ ਜ਼ਰੂਰੀ ਹੈ। ਅਤੇ ਬਾਕੀ ਜੋੜੇ ਪਾ ਕੇ ਨੰਗੇ ਸਿਰ ਲੰਗਰ ਛਕਣਾ ਤਾਂ ਮਹਾ ਪਾਪ ਹੈ। ਕਦੇ ਜੋੜੇ ਜੁੱਤੇ ਪਾ ਕੇ ਲੰਗਰ ਨਹੀਂ ਛਕਣਾ ਚਾਹੀਦਾ। ਨੋਟ ਕਰਿਓ, ਸਤਿਗੁਰਾਂ ਨੇ ਸਾਨੂੰ ਐਵੇਂ ਕੁਝ ਨਹੀਂ ਆਖਿਆ ਵੀ ਸਾਨੂੰ ਬੰਧਨ ਪਾਤੇ ਹੋਣ, ਨਹੀਂ, ਬੰਧਨਾਂ ਤੋਂ ਮੁਕਤ ਕਰਦੇ ਨੇ ਮੇਰੇ ਮਾਲਕ। ਅਤੇ ਜਦੋਂ ਲੰਗਰ ਛਕਦੇ ਹਾਂ ਆਪਾਂ ਪੰਗਤ ਵਿੱਚ ਬੈਠ ਕੇ, ਉਦੋਂ ਭਲਾ ਕੀ ਕਹਿੰਦੇ ਹੁੰਦੇ ਨੇ? ਜਦੋਂ ਗੁਰੂ ਘਰ ਦੇ ਵਿੱਚ ਆਪਾਂ ਜਾਂਦੇ ਹਾਂ, ਜ਼ਿਆਦਾਤਰ ਕਾਰ ਸੇਵਾ ਵਾਲੇ ਮਹਾਂਪੁਰਖ ਉਹ ਥਾਲਾ ਰੱਖਦੇ ਨੇ, ਸਤਨਾਮ ਥਾਲਾ ਜੀ, ਸਤਨਾਮ ਜਲ ਜੀ, ਸਤਨਾਮ ਵਾਹਿਗੁਰੂ ਪ੍ਰਸ਼ਾਦਾ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ ਸਬਜ਼ੀ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ ਜੀ ਚਮਚਾ ਵਾਹਿਗੁਰੂ ਜੀ। ਆਪਾਂ ਕੀ ਕਹਿੰਦੇ ਹਾਂ? ਸਤਨਾਮ ਵਾਹਿਗੁਰੂ ਜੀ ਜੂਠੇ ਬਰਤਨ ਸਾਨੂੰ ਦੇ ਦਿਓ ਜੀ। ਅਤੇ ਆਪਾਂ ਨੂੰ ਹੁਕਮ ਕੀ ਹੈ ਗੁਰੂ ਦਾ? ਗੁਰੂ ਕੇ ਲੰਗਰ ਵਿੱਚੋਂ ਸਤਨਾਮ ਵਾਹਿਗੁਰੂ ਜਪ ਕੇ ਤਿਆਰ ਹੋ ਜਾ, ਸ਼ਬਦ ਗੁਰੂ ਦਾ ਲੰਗਰ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਛਕ ਲੈ। ਅਤੇ ਆਹ ਹੁਕਮ ਹੈ ਆਪਾਂ ਨੂੰ ਗੁਰੂ ਦਾ, ਸੁਣੋ। ਸਤਨਾਮ ਜਪੋ ਸੰਗ ਤੇ ਪਿਆਰੀਏ। ਤੂੰ ਭੁੱਲਿਆ ਬੈਠਾ ਸਿੱਖਾ ਅੱਜ, ਵਾਹਿਗੁਰੂ ਦੀ ਯਾਦ ਮਨੋ ਨਾਮ ਬਸਾਰੀਏ। ਸਤਨਾਮ ਜਪੋ ਸੰਗ ਤੇ ਪਿਆਰੀਏ, ਵਾਹਿਗੁਰੂ ਦੀ ਯਾਦ ਮਨੋ ਨਾਮ ਬਸਾਰੀਏ। ਸਤਨਾਮ ਜਪੋ ਸੰਗ ਤੇ ਪਿਆਰੀਏ, ਵਾਹਿਗੁਰੂ ਦੀ ਯਾਦ ਮਨੋ ਨਾਮ ਵਿਸਾਰੀਏ। ਸਤਨਾਮ ਜਪੋ ਸੰਗ ਤੇ ਪਿਆਰੀਏ, ਵਾਹਿਗੁਰੂ ਦੀ ਯਾਦ ਮਨੋ ਨਾਮ ਵਿਸਾਰੀਏ। ਸਤਨਾਮ ਜਪੋ ਸੰਗ ਤੇ ਪਿਆਰੀਏ, ਵਾਹਿਗੁਰੂ ਦੀ ਯਾਦ ਮਨੋ ਨਾਮ ਵਿਸਾਰੀਏ। ਸਤਨਾਮ ਜਪੋ ਸੰਗ ਤੇ ਪਿਆਰੀਏ, ਵਾਹਿਗੁਰੂ ਦੀ ਯਾਦ ਮਨੋ ਨਾਮ ਵਿਸਾਰੀਏ। ਸਤਨਾਮ ਜਪੋ ਸੰਗ ਤੇ ਪਿਆਰੀਏ, ਵਾਹਿਗੁਰੂ ਦੀ ਯਾਦ ਮਨੋ ਨਾਮ ਵਿਸਾਰੀਏ। ਸਤਨਾਮ ਜਪੋ ਸੰਗ ਤੇ ਪਿਆਰੀਏ, ਵਾਹਿਗੁਰੂ ਦੀ ਯਾਦ ਮਨੋ ਨਾਮ ਵਿਸਾਰੀਏ। ਸਤਨਾਮ ਜਪੋ ਸੰਗ ਤੇ ਪਿਆਰੀਏ, ਵਾਹਿਗੁਰੂ ਦੀ ਯਾਦ ਮਨੋ ਨਾਮ ਵਿਸਾਰੀਏ। ਸਤਨਾਮ ਜਪੋ ਸੰਗ ਤੇ ਪਿਆਰੀਏ, ਵਾਹਿਗੁਰੂ ਦੀ ਯਾਦ ਮਨੋ ਨਾਮ ਵਿਸਾਰੀਏ। ਸਤਨਾਮ ਜਪੋ ਸੰਗ ਤੇ ਪਿਆਰੀਏ, ਵਾਹਿਗੁਰੂ ਦੀ ਯਾਦ ਮਨੋ ਨਾਮ ਵਿਸਾਰੀਏ। ਸਤਨਾਮ ਜਪੋ ਸੰਗ ਤੇ ਪਿਆਰੀਏ, ਵਾਹਿਗੁਰੂ ਦੀ ਯਾਦ ਮਨੋ ਨਾਮ ਵਿਸਾਰੀਏ। ਇਉਂ ਮਹਾਰਾਜ ਜੀ ਕਹਿੰਦੇ ਨਾ, ਸਤਨਾਮ ਵਾਹਿਗੁਰੂ ਕਹਿਣ ਦਾ ਸੁਭਾਅ ਪਾ ਭਾਈ। ਸਤਨਾਮ ਵਾਹਿਗੁਰੂ ਕਹਿਣਾ ਇਹ ਸੁਭਾਅ ਜ਼ਿੰਦਗੀ ਦਾ ਸਭ ਤੋਂ ਵੱਡਾ ਵਪਾਰ ਹੈ, ਸਭ ਤੋਂ ਵੱਡਾ ਵਣਜ ਹੈ। ਤਾਂ ਜਦੋਂ ਭਾਈ ਜੇਠਾ ਜੀ ਰੋਜ਼ ਦੀ ਤਰ੍ਹਾਂ ਘੁੰਗਣੀਆਂ ਵੇਚਦੇ ਨੇ, ਅੱਜ ਗੁਰੂ ਅਮਰਦਾਸ ਮਹਾਰਾਜ ਜੀ ਬਾਸਰ ਕੇ ਪਿੰਡ ਆਏ ਹੋਏ ਨੇ, ਅਤੇ ਜਦੋਂ ਘੁੰਗਣੀਆਂ ਵੇਚਦੇ ਨਾ ਗੁਰੂ ਜੀ ਦੇ ਘਰ ਦੇ ਕੋਲ ਪਹੁੰਚ ਗਏ ਭਾਈ ਜੇਠਾ ਜੀ ਅਤੇ ਸਤਿਕਾਰਯੋਗ ਨਾਨੀ ਜੀ। ਹੁਣ ਨਾਨੀ ਦੀ ਉਮਰ ਵਡੇਰੀ ਹੈ, ਹੱਥ ਵਿੱਚ ਸੋਟੀ ਹੈ ਅਤੇ ਢੂਈ ਵਿੱਚ ਕੁੱਬ ਪਿਆ ਹੈ। ਬੱਚਾ ਛੋਟੀ ਉਮਰ ਹੈ, ਪਸੀਨੋ ਪਸੀਨੀ ਹੋਇਆ, ਸਿਰ 'ਤੇ ਕਾਫੀ ਭਾਰ ਚੁੱਕਿਆ ਹੋਇਆ, ਘੁੰਗਣੀਆਂ ਵਾਲੀ ਟੋਕਰੀ ਚੁੱਕੀ ਹੋਈ ਹੈ। ਜਦੋਂ ਆਖਿਆ ਸਤਨਾਮ ਵਾਹਿਗੁਰੂ ਜੀ, ਘੁੰਗਣੀਆਂ ਲਓ ਜੀ, ਅੰਤਰਜਾਮੀ ਸਤਿਗੁਰੂ ਸਿੱਖ ਸੰਗਤਾਂ ਸਮੇਤ ਘਰ ਤੋਂ ਬਾਹਰ ਆ ਗਏ। ਅਤੇ ਜਦੋਂ ਘਰ ਤੋਂ ਬਾਹਰ ਆਏ, ਸਾਰੀ ਸੰਗਤ ਵੇਖ ਰਹੀ ਹੈ, ਕਿਉਂ ਭਾਈ ਜੇਠਾ ਜੀਆਂ ਨੇ ਵੀ ਵੇਖ ਲਿਆ
भी सामने कौन खड़े ने। दीन दुनिया के मालक धन गुरु अमरदास महाराज जी, भले अमरदास गुण तेरे, तेरी उपमा तोहे बन आवे। ये भी शब्द है जिहड़ा ना भले, भले शब्द बुलाउणा है। उस तरह भब्बा लल्ले नूं लाम लिखी हुई है, भले नहीं बुलाउणा, भले बोलना है। क्योंकि गोत सी गुरु अमरदास महाराज जी का, गुरु अंगद देव साहब महाराज जी त्रेहण, तो गुरु नानक देव साहब जी बेदी, तो गुरु रामदास महाराज जी सोढी, फिर चली पीढ़ी सोढियाँ। तो इस तरह के नाल जदों वेख्या भाई जेठा जियां ने सामने खड़े ने दीन दुनी दे मालक, एक बारी रुक गए, नेत्रां नाल दर्शन किए। मानो जन्मां जन्मां दी सांझ है, कोई पुरानी सांझ है। सच जानो अपनी जिंदगी विच भी ना ऐसा कई बार आउंदा है भी आपां नूं लोक तां बहुत मिलदे ने। कई बार कोई बंदा आपां नूं ऐसा मिलता है जिस दे मिलण दे नाल आपां नूं इउं महसूस होण लगदा भी शायद ये बंदा आपां नूं बहुत समय तो जाणदा जां आपां इहनूं जाणदे आ। एडा गूढ़ा प्यार पै जाता है। ये रब्बी खेडां ने, रब आप जानदा, परमात्मा गुरु जी आप जानते हैं भी ये किवें दी खेड चल रही है। आपां नूं इहदे बारे उन्ना नहीं पता है, सतगुर जी जानते हैं। तो जदों वेखिया भाई जेठा जी ने भी सामने इउं अपनापन भी कोई मेरा खड़ा है, मेरा दर्द सुनने वाला खड़ा है, मेरी कोई पीड़ नूं समझण वाला खड़ा है। तो गुरमुखो जिहड़ी घुंगणियां वाली टोकरी सी ना, वो तो भाई जेठा जी ने रख दी। तो जदों टोकरी रख दी, गुरु अमरदास महाराज जी नूं सुना के ना, नानी मां नूं नाल लैके, मानो अज तक मेरे दर्द नूं कोई समझण वाला ही नहीं सी। जिवें अपने परिवार विच ना कई बार बच्चे, धीआं पुत, पत्नी, नूंह राणी, वो कह दिंदे ने कई बार ना, की करां परिवार च मेरी तो कोई गल सुनने वाला ही नहीं, मेरी तो गल नूं कोई ध्यान नाल सुणदा ही नहीं, उन्होंने लगता हुंदा है। इस तरह अज भाई जेठा जी ने आखिया, ओ सामने जो खड़े ने ये मेरे दर्द नूं समझदे ने, ये मेरी पीड़ा नूं समझदे ने। रख के टोकरी गुरमुखो वो पीड़ा वो दर्द कह दिता मेरे मालका। क्योंकि जदों अत दी कोई मुसीबत मुश्किल विपता पै जावे, ये समा वो हुंदा है। वो समय विचों लंघ रहे सी भाई जेठा जी। मेरी कूक पपीहे वाली नेड़े होके सुन ले मालका, मेरी कूक पपीहे वाली नेड़े होके सुन ले मालका। नेड़े होके सुन ले मालका, वो मेरी कूक पपीहे वाली नेड़े होके सुन ले मालका। मेरी कूक पपीहे वाली नेड़े होके सुन ले मालका। मेरी कूक पपीहे वाली नेड़े होके सुन ले मालका। मेरी कूक पपीहे वाली, पपीहे वाली नेड़े होके सुन ले मालका। मेरी कूक पपीहे वाली नेड़े होके सुन ले मालका। सुन ले मालका, वो मेरी कूक पपीहे वाली नेड़े होके सुन ले मालका। मेरी कूक पपीहे वाली नेड़े होके सुन ले मालका। मेरी कूक पपीहे वाली नेड़े होके सुन ले मालका। मेरी कूक पपीहे वाली नेड़े होके सुन ले मालका। मेरी कूक पपीहे वाली नेड़े होके सुन ले मालका। कूक पपीहे वाली नेड़े होके सुन ले मालका। वो
ਜਾਣੋ, ਜਦੋਂ ਵਿਪਤਾ ਦਾ ਸਮਾਂ ਹੁੰਦਾ ਨਾ, ਉਦੋਂ ਕੋਈ ਦਰਦ ਸੁਣਨ ਵਾਲਾ ਦਰਦੀ ਮਿਲ ਜਾਵੇ, ਖੰਡ ਤੋਂ ਮਿੱਠਾ ਲੱਗਦਾ ਹੈ। ਕਿਉਂਕਿ ਦਰਦ ਸੁਣਨ ਵਾਲੇ ਦੁਨੀਆ 'ਤੇ ਬਹੁਤ ਥੋੜ੍ਹੇ ਨੇ, ਦਰਦ ਦੇਣ ਵਾਲੇ ਦੁਨੀਆ 'ਤੇ ਬਹੁਤ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕੋਸ਼ਿਸ਼ ਕਰਿਆ ਕਰੋ ਕਿਸੇ ਦਾ ਦਰਦ ਸੁਣੀਏ, ਕਿਸੇ ਦੇ ਦਰਦ ਨੂੰ ਵੰਡਾਉਣ ਵਾਲੇ ਬਣੀਏ, ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ। ਤਾਂ ਭਾਈ ਟੋਕਰੀ ਰੱਖ ਕੇ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਨੂੰ ਲਿਪਟ ਗਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਾਰੇ ਖੜ੍ਹ ਜਾਓ, ਸਾਰੀ ਸੰਗਤ ਖੜ੍ਹੀ ਹੈ। ਅਤੇ ਉਸ ਵੇਲੇ ਕਹਿੰਦੇ ਸਭ ਤੋਂ ਪਹਿਲੀ ਗੱਲ ਮੈਨੂੰ ਇਹ ਦੱਸੋ ਵੀ ਇਹ ਬੱਚੇ ਦੀ ਉਮਰ ਹੈ 11 ਅਤੇ 12 ਸਾਲ, ਬੜੀ ਛੋਟੀ ਉਮਰ ਹੈ, ਪਸੀਨੋ ਪਸੀਨੀ ਹੋਇਆ। ਦੂਜੀ ਗੱਲ, ਬੁੱਢੀ ਮਾਂ ਦੀ ਉਮਰ ਹੈ 100 ਦੇ ਨੇੜੇ, ਢੂਹੀ ਵਿੱਚ ਕੁੱਬ ਪੈ ਗਿਆ। ਸਾਨੂੰ ਦੋਨੇ ਗੱਲਾਂ ਦੱਸੋ, ਬੱਚੇ ਦਾ ਖੇਡਣ ਦਾ ਸਮਾਂ, ਬੁੱਢੀ ਮਾਂ ਦਾ ਮੰਜੀ 'ਤੇ ਬੈਠਣ ਦਾ ਸਮਾਂ, ਆਰਾਮ ਕਰਨ ਦਾ ਸਮਾਂ, ਇਸ ਤਰ੍ਹਾਂ ਕਿਉਂ? ਸਾਧ ਸੰਗਤ, ਉਸ ਵੇਲੇ ਨਾਨੀ ਮਾਂ ਕਹਿਣ ਲੱਗੀ, ਸੱਚੇ ਪਾਤਸ਼ਾਹ ਹੁਕਮ ਕਰੋ ਤਾਂ ਮੈਂ ਦੱਸ ਦਿੰਦੀ ਹਾਂ, ਹੁਕਮ ਹੋਵੇ ਤਾਂ ਮੇਰਾ ਦੋਹਤਾ ਦੱਸ ਦਿੰਦਾ ਹੈ। ਮਹਾਰਾਜ ਜੀ ਕਹਿੰਦੇ ਪੁੱਤਰ ਜੇਠਾ ਜੀ ਤੁਸੀਂ ਦੱਸੋ। ਨਾਮ ਪੁੱਛ ਲਿਆ ਸਤਿਗੁਰਾਂ ਨੇ, ਜੇਠਾ ਜੀ ਤੁਸੀਂ ਦੱਸੋ ਕੀ ਗੱਲ ਹੋਈ ਹੈ, ਇਹ ਕਾਰਨ ਕੀ ਹੈ? ਸੱਚੇ ਪਾਤਸ਼ਾਹ ਦਾ ਕਾਰਨ ਇਹ ਹੈ, ਮੇਰੀ 5 ਸਾਲ ਦੀ ਉਮਰ ਸੀ, ਮੈਂ ਖੇਡਣ ਗਿਆ ਸਾਥੀਆਂ ਦੇ ਨਾਲ, ਅਤੇ ਉਸ ਵੇਲੇ ਸ਼ਾਮ ਦਾ ਵੇਲਾ ਸੀ। ਮੇਰੇ ਪਿਤਾ ਦਾ ਨਾਮ ਸੀ ਹਰਦਾਸ ਮੱਲ ਅਤੇ ਮੇਰੀ ਪਿਆਰੀ ਮਾਂ ਦਾ ਨਾਂ ਸੀ ਦਇਆ ਕੌਰ। ਮੈਨੂੰ ਬੜੇ ਲਾਡ ਲੜਾਏ, ਬੜੇ ਚਾਵਾਂ ਨਾਲ ਮੈਨੂੰ ਮੇਰੀ ਮਾਂ ਨੇ ਪਾਲਿਆ, ਅਤੇ ਕਦੇ ਮੈਨੂੰ ਝਿੜਕਿਆ ਨਹੀਂ ਸੀ। ਮੇਰੀ ਮਾਤਾ ਨੇ ਬਹੁਤ ਹੀ ਜ਼ਿਆਦਾ ਲਾਡ ਲੜਾਉਂਦੀ ਸੀ। ਅਤੇ ਗੁਰਮੁਖੋ ਉਸ ਵੇਲੇ ਕਹਿੰਦੇ ਜਦੋਂ ਮੈਂ ਖੇਡਣ ਗਿਆ ਨਾ, 2-4 ਬੱਚੇ ਭੱਜੇ ਗਏ। ਉਹਨਾਂ ਨੇ ਮੈਨੂੰ ਆਖਿਆ ਜੇਠਾ ਜੀ, ਜੇਠਾ ਜੀ। ਕਹਿੰਦੇ ਅੱਗੋਂ ਅਸੀਂ ਆਖਿਆ ਦੱਸੋ ਦੱਸੋ। ਕਹਿੰਦੇ ਆਹ ਘਰ ਚੱਲੀਏ ਤੇਰੇ। ਕਹਿੰਦੇ ਕੀ ਗੱਲ? ਕਹਿੰਦੇ ਤੁਹਾਡੇ ਘਰ ਨੂੰ ਲੋਕ ਤੁਰੇ ਜਾ ਰਹੇ ਨੇ, ਬਹੁਤ ਲੋਕ ਤੁਹਾਡੇ ਘਰ ਨੂੰ ਤੁਰੇ ਜਾ ਰਹੇ ਨੇ, ਬਹੁਤ ਲੋਕ ਤੁਹਾਡੇ ਵਿਹੜੇ ਵਿੱਚ ਬੈਠੇ ਨੇ। ਤੁਹਾਡੇ ਘਰ ਵਿੱਚ ਜਿਹੜੇ ਮੰਜੇ ਡਾਹੇ ਸੀ ਨਾ, ਮੰਜੀਆਂ, ਉਹ ਸਾਰੀਆਂ ਖੜੀਆਂ ਕਰ ਦਿੱਤੀਆਂ ਅਤੇ ਉੱਥੇ ਦਰੀਆਂ ਵਿਛਾਈਆਂ ਨੇ, ਅਤੇ ਦਰੀਆਂ 'ਤੇ ਲੋਕ ਬੈਠੇ ਜਾਂਦੇ ਨੇ। ਸੱਚੇ ਪਾਤਸ਼ਾਹ ਮੈਨੂੰ ਪਤਾ ਨਹੀਂ ਸੀ ਵੀ ਮੌਤ ਕੀ ਹੁੰਦੀ ਹੈ। ਸੱਚ ਹੈ, 5 ਸਾਲ ਦੇ ਬੱਚੇ ਨੂੰ, 4 ਸਾਲ ਦੇ ਬੱਚੇ ਨੂੰ ਕੀ ਪਤਾ ਵੀ ਮੌਤ ਕੀ ਹੈ, ਮਾਂ ਪਿਓ ਦਾ ਵਿਛੋੜਾ ਕੀ ਹੈ। ਕਹਿੰਦੇ ਮੈਂ ਭੱਜਿਆ ਗਿਆ। ਜਦੋਂ ਮੈਂ ਗਿਆ ਤਾਂ ਮੇਰੀ ਮਾਤਾ ਜੀ ਲੰਮੇ ਲੇਟੇ ਸੀ ਧਰਤੀ 'ਤੇ, ਉਹਨਾਂ ਦੇ ਸਰੀਰ ਦੇ ਉੱਪਰ ਚਿੱਟੀ ਚਾਦਰ ਪਾ ਦਿੱਤੀ ਸੀ। ਆਹ ਮੇਰੀ ਨਾਨੀ ਮਾਂ, ਇਹਨਾਂ ਨੇ ਆਪਣੀ ਧੀ ਨੂੰ ਇਉਂ ਆਪਣੀ ਗੋਦੀ ਵਿੱਚ ਪਾਇਆ ਹੋਇਆ ਸੀ, ਅਤੇ ਨਾਨੀ ਮਾਂ ਇਉਂ ਆਖੀ ਜਾਂਦੀ ਸੀ, ਮੇਰੀ ਰਾਣੀ, ਮੇਰੀ ਰਾਣੀ ਧੀ ਤੂੰ ਬੋਲ, ਤੈਨੂੰ ਤੇਰੀ ਮਾਂ ਬੁਲਾਉਂਦੀ ਹੈ। ਪਰ ਕਹਿੰਦੇ ਮਹਾਰਾਜ ਮੇਰੀ ਨਾਨੀ ਨੇ ਬਹੁਤ ਵਾਰ ਬੁਲਾਇਆ, ਮੇਰੀ ਮਾਤਾ ਜੀ ਨੂੰ ਬੋਲੀ ਨਹੀਂ। ਮੈਨੂੰ ਨਾਨੀ ਮਾਂ ਨੇ ਆਪਣੀ ਗੋਦ ਵਿੱਚ ਲੈ ਲਿਆ, ਇੱਕ ਸਾਈਡ 'ਤੇ ਕਰ ਲਿਆ, ਅਤੇ ਮੈਂ ਆਖਿਆ ਨਾਨੀ ਮਾਂ ਮੈਨੂੰ ਬਹੁਤ ਭੁੱਖ ਲੱਗੀ ਹੈ, ਮਾਂ ਨੇ ਮੇਰੇ ਵਾਸਤੇ ਚੂਰੀ ਕੁੱਟ ਕੇ ਰੱਖੀ ਹੋਣੀ ਹੈ, ਮਾਂ ਨੇ ਮੇਰੇ ਵਾਸਤੇ ਰੋਜ਼ ਦੀ ਤਰ੍ਹਾਂ ਪਰੌਂਠੇ ਪਕਾਏ ਹੋਣੇ ਨੇ, ਦੁੱਧ ਗਰਮ ਕੀਤਾ ਹੋਣਾ, ਮੇਰਾ ਪੁੱਤ ਖੇਡ ਕੇ ਆਵੇਗਾ। ਨਾਨੀ ਮਾਂ ਕਹਿੰਦੀ ਹੈ ਨਹੀਂ ਪੁੱਤ, ਅੱਜ ਨਾਨੀ ਮਾਂ ਨੇ ਅੱਜ ਮਾਤਾ ਨੇ ਤੈਨੂੰ ਚੂਰੀ ਨਹੀਂ ਖਵਾਉਣੀ, ਅੱਜ ਮਾਂ ਨੇ ਤੈਨੂੰ ਪਰੌਂਠੇ ਨਹੀਂ ਬਣਾਏ, ਅੱਜ ਮਾਂ ਨੇ ਤੈਨੂੰ ਦੁੱਧ ਗਰਮ ਨਹੀਂ ਕੀਤਾ ਹੋਇਆ, ਅਤੇ ਤੂੰ ਪੁੱਤ ਮੇਰੇ ਕੋਲ ਬੈਠ ਜਾ, ਅੱਜ ਤੂੰ ਮਾਂ ਵੱਲ ਨੂੰ ਨਾ ਜਾ। ਕਹਿੰਦੇ ਮੈਂ ਆਖਿਆ ਨਾਨੀ ਮਾਂ ਨਹੀਂ, ਮੈਂ ਮਾਂ ਤੋਂ ਚੂਰੀ ਲੈਣੀ ਹੈ, ਮੈਂ ਮਾਂ ਤੋਂ ਦੁੱਧ ਪੀਣਾ। ਨਹੀਂ ਪੁੱਤ, ਅੱਜ ਤੈਨੂੰ ਮਾਂ ਦੁੱਧ ਨਹੀਂ ਪਿਆਵੇਗੀ। ਸੱਚਮੁੱਚ ਗੁਰਮੁਖੋ, ਜਿਨ੍ਹਾਂ ਬੱਚਿਆਂ ਦੀਆਂ ਮਾਵਾਂ ਇਉਂ ਰੁੱਸ ਗਈਆਂ ਨਾ, ਮੁੜ ਕੇ ਬੱਚੇ ਨੂੰ ਦੁੱਧ ਜਾਂ ਚੂਰੀ ਉਹ ਤਾਂ ਭੁੱਲ ਹੀ ਜਾਵੇ। ਫਿਰ ਤਾਂ ਗੁਰਮੁਖੋ ਦੁਨੀਆ 'ਤੇ ਧੱਕੇ ਨੇ ਥੋੜ੍ਹੇ ਕੁ ਬਹੁਤੇ। ਤਾਂ ਕਹਿੰਦੇ ਮੈਂ ਜਦੋਂ ਜਿੱਦ ਕੀਤੀ ਨਾ, ਮੈਂ ਆਖਿਆ ਨਾਨੀ ਮਾਂ ਮੈਂ ਮਾਂ ਨੂੰ ਬੁਲਾਉਣਾ ਹੈ। ਕਹਿੰਦੇ ਨਾਨੀ ਮਾਂ ਨੇ ਆਖਿਆ ਪੁੱਤ, ਮੇਰੀ ਨਾਨੀ ਮਾਂ ਦੇ ਅੱਖਾਂ ਵਿੱਚੋਂ ਜਲ ਚੱਲ ਰਿਹਾ ਸੀ, ਹੰਝੂ ਡਿੱਗ ਰਹੇ ਸੀ। ਮੈਂ ਪੁੱਛਿਆ ਨਾਨੀ ਮਾਂ ਤੂੰ ਕਿਉਂ ਰੋ ਰਹੀ ਹੈ? ਕਹਿੰਦੇ ਹਾਂ ਪੁੱਤ, ਅੱਜ ਤੂੰ ਬੁਲਾਵੇਂਗਾ ਨਾ ਆਪਣੀ ਮਾਤਾ ਨੂੰ, ਉਹ ਬੋਲੇਗੀ ਨਹੀਂ ਤੇਰੇ ਨਾਲ। ਕਿਉਂ ਨਾਨੀ ਮਾਂ ਰੁੱਸ ਗਈ ਹੈ ਮਾਂ? ਕਹਿੰਦੇ ਨਹੀਂ ਰੁੱਸੀ ਨਹੀਂ ਹੈ, ਜਿਹੜਾ ਇਸ ਤਰ੍ਹਾਂ ਚੁੱਪ ਕਰ ਜਾਂਦਾ ਪੁੱਤ ਉਹ ਕਦੇ ਬੋਲਿਆ ਨਹੀਂ ਕਰਦਾ। ਮੈਂ ਬੜੀ ਜਿੱਦ ਕੀਤੀ, ਆਖਰ ਕਹਿੰਦੇ ਮੈਂ ਜਿੱਦ ਕਰਕੇ ਨਾਨੀ ਮਾਂ ਦੀ ਗੋਦ ਵਿੱਚੋਂ ਨਿਕਲ ਗਿਆ ਅਤੇ ਭੱਜ ਕੇ ਜਾ ਕੇ ਮੈਂ ਮਾਂ ਦੀ ਛਾਤੀ 'ਤੇ ਲੰਮਾ ਲੇਟ ਗਿਆ। ਜਦੋਂ ਮੈਂ ਛਾਤੀ 'ਤੇ ਲੰਮਾ ਲੇਟਿਆ ਅਤੇ ਮੈਂ ਆਵਾਜ਼ ਦਿੱਤੀ, ਮਾਂ ਤੇਰੇ ਪੁੱਤ ਨੂੰ ਬਹੁਤ ਭੁੱਖ ਲੱਗੀ ਹੈ, ਦੁੱਧ ਦੇ ਦੇ।
ਗਰਮ ਕੀਤਾ ਹੋਣਾ ਦੁੱਧ, ਮੈਨੂੰ ਉਹ ਦੁੱਧ ਛਕਾ ਮਾਂ, ਤੂੰ ਮੈਨੂੰ ਪਰੌਂਠੇ ਛਕਾ, ਮੈਨੂੰ ਬਹੁਤ ਭੁੱਖ ਲੱਗੀ ਹੈ, ਮੈਂ ਖੇਡ ਕੇ ਆਇਆ। ਪਰ ਪਾਤਸ਼ਾਹ ਮੇਰੀ ਮਾਂ ਨੇ ਮੇਰੀ ਆਵਾਜ਼ ਨਹੀਂ ਸੁਣੀ, ਮੇਰੀ ਮਾਂ ਬੋਲੀ ਨਹੀਂ। ਕੀ ਕਹਿੰਦਾ ਸੰਸਾਰ? ਤੁਰ ਗਈਆਂ ਜਹਾਨੋਂ ਮਾਵਾਂ, ਹੱਥੋਂ ਟੁੱਕ ਖੋਲੇ ਗੇ ਕਾਵਾਂ। ਤੁਰ ਗਈਆਂ ਜਹਾਨੋਂ ਮਾਵਾਂ, ਟੁਕੜੇ ਖੋਲੇ ਕਾਵਾਂ। ਗਈਆਂ ਜਹਾਨੋਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਗਈਆਂ ਜਹਾਨੋਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਗਈਆਂ ਜਹਾਨੋਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਤੁਰ ਗਈਆਂ ਜਨਾਨੀਆਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਤੁਰ ਗਈਆਂ ਜਹਾਨੋਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਗਈਆਂ ਜਹਾਨੋਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਗਈਆਂ ਜਹਾਨੋਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਤੁਰ ਗਈਆਂ ਜਹਾਨੋਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਤੁਰ ਗਈਆਂ ਜਹਾਨੋਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਤੁਰ ਗਈਆਂ ਜਹਾਨੋਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਮਾਮਾ ਵਰਗੇ ਜੀ ਕੋਈ ਨਾ ਲਾਡ ਲੜਾਵੇ, ਮਾਮਾ ਵਰਗੇ ਜੀ ਕੋਈ ਨਾ ਲਾਡ ਲੜਾਵੇ। ਮਾਮਾ ਵਰਗੇ ਜੀ ਕੋਈ ਨਾ ਲਾਡ ਲੜਾਵੇ। ਮਾਮਾ ਵਰਗੇ ਜੀ ਕੋਈ ਨਾ ਲਾਡ ਲੜਾਵੇ। ਮਾਮਾ ਵਾਂਗੂ ਜੀ ਕੋਈ ਨਾ ਗਲ ਨਾਲ ਲਾਵੇ, ਮਾਮਾ ਵਾਂਗੂ ਜੀ ਕੋਈ ਨਾ ਗਲ ਨਾਲ ਲਾਵੇ। ਮਾਮਾ ਵਾਂਗੂ ਜੀ ਕੋਈ ਨਾ ਗਲ ਨਾਲ ਲਾਵੇ। ਮਾਮਾ ਵਾਂਗੂ ਜੀ ਕੋਈ ਨਾ ਗਲ ਨਾਲ ਲਾਵੇ। ਉਹ ਮਾਂ ਵਰਗਾ ਪਿਆਰ, ਮਾਂ ਜਿਹਾ ਘਣਸ਼ਾਵਾਂ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਐਸਾ ਪਿਆਰ ਮਾਂ ਦਾ। ਸਤਿਗੁਰ ਜੀ ਜਦੋਂ ਮਾਂ ਨਾ ਬੋਲੀ, ਮੈਨੂੰ ਸਿਆਣੀਆਂ ਬੀਬੀਆਂ ਨੇ ਫਿਰ ਨਾਨੀ ਮਾਂ ਦੀ ਗੋਦ ਵਿੱਚ ਬਿਠਾ ਦਿੱਤਾ। ਮੇਰੀ ਅੱਖਾਂ ਸਾਹਮਣੇ ਮੇਰੀ ਮਾਂ ਦਾ ਇਸ਼ਨਾਨ ਕਰਵਾ ਦਿੱਤਾ, ਨਵੇਂ ਕੱਪੜੇ ਪਾ ਦਿੱਤੇ। ਇੱਕ ਅਰਥੀ ਆਈ, ਉਹਦੇ 'ਤੇ ਰੱਖ ਕੇ ਮੇਰੀ ਮਾਂ ਨੂੰ ਸ਼ਮਸ਼ਾਨ ਘਾਟ ਲੈ ਗਏ ਮਹਾਰਾਜ। ਮੈਂ ਆਪਣੇ ਸਾਹਮਣੇ ਇਉਂ ਮੇਰੇ ਪਿਤਾ ਹਰਦਾਸ ਮੱਲ ਨੇ ਆਪਣੇ ਹੱਥਾਂ ਦੇ ਨਾਲ ਚਿਖਾ ਨੂੰ ਅੱਗ ਲਾ ਦਿੱਤੀ। ਮੇਰੀ ਪਿਆਰੀ ਪਿਆਰੀ ਮਾਂ ਇਉਂ ਲੱਟ ਲੱਟ ਕਰਕੇ ਅੱਗ ਵਿੱਚ ਮੱਚ ਗਈ। ਸੱਚੇ ਪਾਤਸ਼ਾਹ ਮੈਂ ਅੱਖਾਂ ਨਾਲ ਵੇਖੀ, ਮੈਂ ਛੋਟਾ ਜਿਹਾ ਸੀ। 2 ਸਾਲ ਲੰਘੇ। ਮੇਰੇ ਪਿਤਾ ਹਰਦਾਸ ਮੱਲ ਨੇ ਮੈਨੂੰ ਬੜਾ ਪਿਆਰ ਦਿੱਤਾ। ਮੈਂ ਰੋਜ਼ ਚੇਤੇ ਕਰਿਆ ਕਰਦਾ, ਆਪਣੇ ਪਿਤਾ ਨੂੰ ਆਖਦਾ, ਪਿਤਾ ਜੀ ਮੇਰੀ ਮਾਂ ਕਿੱਥੇ ਆ? ਉਹਨਾਂ ਨੇ ਬਹਾਨਾ ਲਾ ਦੇਣਾ, ਪੁੱਤ ਉਹ ਤੇਰੇ ਨਾਨਕੇ ਗਈ ਹੈ, ਪੁੱਤ ਉਹ ਫਲਾਣੀ ਥਾਂ ਗਈ ਹੈ। ਸੱਚਮੁੱਚ ਬੱਚੇ ਜਿੱਦ ਕਰਦੇ ਨੇ। ਤੇ ਫਿਰ ਵੱਡੇ ਪਰਿਵਾਰ ਦੇ ਵੱਡੇ ਮੈਂਬਰ ਕਹਿੰਦੇ ਨੇ ਕੋਈ ਗੱਲ ਨਹੀਂ, ਆਉਣ ਵਾਲੀ ਹੈ, ਆ ਜਾਵੇਗੀ। ਇਸ ਤਰ੍ਹਾਂ ਦੀਆਂ ਖੇਡਾਂ ਵੀ ਨੇ ਸੰਸਾਰ 'ਤੇ। ਤੇ ਕਹਿੰਦੇ ਫਿਰ ਕਹਿੰਦੇ 2 ਸਾਲਾਂ ਬਾਅਦ ਮੇਰੇ ਪਿਤਾ ਜੀ ਚੜ੍ਹਾਈ ਕਰ ਗਏ। ਕਹਿੰਦੇ ਮੈਂ ਮਾਪਿਆਂ ਤੋਂ ਵਾਹਰਾ ਹੋ ਗਿਆ, ਯਤੀਮ ਹੋ ਗਿਆ, ਅਨਾਥ ਹੋ ਗਿਆ। ਮੇਰੇ ਸ਼ਰੀਕਾਂ ਨੇ, ਮੇਰੇ ਚਾਚੇ ਤਾਇਆਂ ਨੇ ਮੈਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ। ਮੇਰਾ ਘਰ ਦੱਬ ਲਿਆ, ਮੇਰੀ ਜ਼ਮੀਨ ਦੱਬ ਲਈ। ਸੱਚੇ ਪਾਤਸ਼ਾਹ ਮੈਂ 2 ਟਾਈਮ ਦੀ ਰੋਟੀ ਤੋਂ ਭੁੱਖਾ ਪੈ ਜਾਂਦਾ ਸੀ। ਇਹੋ ਜਿਹਾ ਸਮਾਂ ਆ ਗਿਆ, ਨਾਨਾ ਤੇ ਨਾਨੀ ਕੋਲ ਆ ਗਿਆ। ਸੱਚੇ ਪਾਤਸ਼ਾਹ ਅੱਜ ਕੋਈ ਬਾਂਹ ਫੜਨ ਵਾਲਾ ਨਹੀਂ। ਨਾਨਾ ਤੇ ਨਾਨੀ ਬਜ਼ੁਰਗ ਹੋ ਗਏ ਤੇ ਅੱਜ ਪੇਟ ਭਰਨ ਵਾਸਤੇ ਘੁੰਗਣੀਆਂ ਵੇਚ ਕੇ ਟਾਈਮ ਪਾਸ ਕਰਦੇ ਆਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨਾਨੀ ਮਾਂ ਦੀਆਂ ਭੁੱਬਾਂ ਨਿਕਲ ਗਈਆਂ, ਧੀ ਦੇ ਜਾਣ ਦਾ ਦਰਦ ਗੁਰਮੁਖੋ। ਇੱਕ ਬੱਚੇ ਨੂੰ ਮਾਂ ਪਿਓ ਦੇ ਜਾਣ ਦਾ ਦਰਦ। ਅੱਜ ਆਪਾਂ ਬੈਠੇ ਆ ਨਾ ਬਰਾੜ ਪਰਿਵਾਰ ਦੇ ਵਿੱਚ, ਅੱਜ ਧੀਆਂ, ਉਹ ਐਡਾ ਪਿਆਰਾ ਪਰਿਵਾਰ, ਐਡੀਆਂ ਪਿਆਰੀਆਂ ਧੀਆਂ, ਐਡੇ ਪਿਆਰੇ ਪੁੱਤ, ਐਡੇ ਪਿਆਰੇ ਜਵਾਈ ਕਿਸੇ ਵਿਰਲੇ ਪਰਿਵਾਰਾਂ ਨੂੰ ਮਿਲਦੇ ਨੇ, ਭਾਗਾਂ ਵਾਲੇ ਪਰਿਵਾਰਾਂ ਨੂੰ ਮਿਲਦੇ ਨੇ ਗੁਰਮੁਖੋ। ਆਵਾਜ਼ਾਂ ਕਿੰਨੀਆਂ ਕੁ ਮਾਰਾਂਗੇ, ਕਿੱਥੋਂ ਆਵੇਗਾ? ਜਦੋਂ ਚਲਿਆ ਗਿਆ ਜਿਹੜਾ, ਕਿੱਥੋਂ ਆਵੇਗਾ?
तो फिर वो दर्द है जिहड़ा ना वो विन्न के सिट जाता है। आपां तां जोर ही ला सकते हैं ना, आपां तां उद्यम कर सकते हैं, चंगे हॉस्पिटलों दे विच लिजा सकते हैं, डॉक्टरां कोल लिजा सकते हैं, पर अखीर जी जंत तेरे धारे प्रभ डोरी हाथ तुम्हारे। डोर तां उस वाहिगुरू दे हत्थ विच है ना। भुब्बां निकल गईयां नानी माँ दियां विछड़ी धी नूं याद करके, भुब्बां निकल गईयां भाई जेठा जियां दियां। नानी माँ कहण लगी सच्चे पातशाह कंधी उत्ते रुखड़ा किचरक बंदा धीर फरीदा कच्चे भांडे रखी है किचर ताई नीर। सच्चे पातशाह हुण आ शरीर दा की पता कदों तुर जाना है। मैं बेनती करनी चाहुंदी हाँ महाराज। कहंदे दसो, कहंदे मेरे दोते नूं बहुत दुख झलने पै गए। पहलां तां माँ प्यो दा विछोड़ा नहीं भुलदा, हुण जे असीं तुर जावांगे ਤਾਂ ਉਹਦੇ ਤੋਂ ਬਾਅਦ महाराज मेरा दोता रुल ना जावे। मैनू ये चीज़ की तसल्ली करा दिओ, मेरा दोता रुले ना, मेरे दोते नूं कोई दर मिल जावे, कोई घर मिल जावे। वेखियो फिर निमरता दे पुंज सुन के दुख गुरु अमरदास महाराज जी कहंदे छड़ दे तेरे दोते नूं मां, इनू मेरे कोल आउण दे। भाई जेठा जी गुरु अमरदास महाराज जी दे कोल आए, चुक के गोद विच छाती नाल ला लिया, थापड़ा दिता, कहंदे माता चिंता ना कर, अज तो बाद ये साडा हो गया। आखो सतनाम श्री वाहिगुरू। जिहड़े दुख वेखणे सी वेख ले, अज तो बाद तां भविखत काल ये तां सच्चा पातशाह बन जाना है आउण वाले समय दे विच। की होया जे परिवार वाले शरीकी दुश्मन बन गए। अज ये ओ दर दा हो गया जिहड़े दर ते दुनिया दे राजे झुकणगे आके, वो दर दा बन गया। बैठा सोढ़ी पातशाह रामदास सतगुरु कहावै। तो फिर गुरु अमरदास महाराज की शरण विच आके विछड़े मापियां दियां यादां आउंदियां ने। ये कदे नहीं हो सकता भी ना आउण, पर भाणे विच आ गए, रजा विच आ गए, हुक्म विच आ गए। तो प्यारिओ संजोग विजोग धुरों ही हुआ। संजोग ते विजोग धुरों लिखिया वाहिगुरू दे घरों। तो उत्थे फिर गुरु अमरदास महाराज दे दर दियां सारियां खुशियां लै गए। सिख बन के सेवक बन के सेवा की टोकरी सिमरन करके बंदगी करके हुक्म दे विच भाणे दे विच रजा दे विच ओ जीवन गुजारिया जिहड़ा गुरमुखो अज जदों फिर लिखिया हम रुलते फिरते कोई बात ना पूछता, गुर सतगुर संग कीरे हम थापे। गुरु की हजूरी विच आके कहंदे सानू भी बख्श लिया। ये दुख सुख है जिहड़ा गुरमुखो वाहिगुरू की खेड है। सुख दुख तेरी, दुख सुख तेरी आग्या प्यारे। वाहिगुरू दे आग्या दे विच ही ने दुख ते सुख। अज आपां जिस प्रवाड़ विच बैठे हाँ, अपने विच ओ महान आत्मा जिन्हां ने अपनी जिंदगी दे विच कमर कसा ला के कमाई कीती, परिवार दे नाल खड़ के, सरदार बलविंदर सिंह होरां दे नाल खड़ के ना, अपने जीवन साथी दे नाल खड़ के, वड्डी भैण साडी हरजीत कौर जिन्हां दा पेका परिवार, ये मैनू बोलना नहीं आता, बांडी या बाडी किहड़ा पिंड उधर साडे पंजाब दे विच ही है पिंड। सो पेका परिवार उत्थे भरा बैठा आया। हुण भरा कित्थों भैण नूं आवाज़ां मारे, ऐसियां प्यारियां भैणां कित्थों मिलदियां ने, कोई दुकान हट बनी नहीं है। उत्थे बहुत ही प्यार वाला पुत्र भाई गुरमीत सिंह और माता जी की प्यारी नूंह राणी सुखविंदर कौर जो कि 2KAM इन्हां दा पेका परिवार है। तो दूसरा बेटा बहुत प्यार वाला बच्चा संदीप सिंह और माता जी की प्यारी नूंह मनप्रीत कौर फुल्लो मिठी पेका परिवार। तो प्यारियां धीआं जो कि साध संगत मैं दास तुहाडे विच बैठा, ये इस परिवार की बदौलत बेटी रमनदीप कौर जिन्हों प्यार विच कदे माँ राणी कह के बुलाउंदी, राणी धी नूं छड्ड के माँ तुर गई है। इस घर दे जवाई बहुत लायक, बहुत सुलझे हुए, बहुत प्यार वाले भाई साहब भाई बेअंत सिंह जी 16Z गंगा नगर के कोल। तां भाई उत्थे दूसरी बेटी बेअंत कौर, इस घर के जवाई बहुत प्यार वाला बच्चा, ये भी काका कुलविंदर सिंह 5C। ते साध संगत उत्थे प्यारा दोता लवप्रीत सिंह ते प्यारी दोती खुशदीप कौर, बहुत प्यारे बच्चे ने, बड़े साध क्वालीफाई बच्चे ने। तो उत्थे नाल ही गुरकीरत कौर ते जसकीरत कौर प्यारियां दोतियां, दोते ते दोतियां ना मैनू दस्सिया बेअंत सिंह ने, कहंदे लवप्रीत होरां नूं, खुशदीप होरां नूं, गुरकीरत जसकीरत इन्हां बच्चियां नूं कहंदे इन्ना प्यार करना, इन्ना प्यार करना, सच जाणो मूल नालों ब्याज प्यार है। क्योंकि नानी नूं पता ये मेरी धी दे बच्चे ने,
धी माँ का शरीर हुंदा गुरमुखो, उन्होंने पता है फिर वो इन्ना प्यार क्यों ना करे। तो साध संगत पोतरा अरमान बराड़ बहुत प्यारा परिवार है, जिन्नी मैं शोभा करदे उन्नी थोड़ी है। आओ अज माँ का विछोड़ा सब दे अखां दे विचों सब दे मुख तो झलक रहा है। अज घर विच जदों वड़दे आ ना, गेट दे अंदर एंटर करदे आ, असीं भी सवेरे जदों घर हो के आए, मेरे भी मन नूं ये ठेस पहुंची भी अज ये घर नूं संभालण वाले, इस घर की रौनक अज इस परिवार विच है नहीं। अज की कह रही ने धीआं, की कह रही ने नूह धीआं, नूहां भी धीआं हुंदियां ने, सियाणियां ने, प्यार वालियां ने, भतीजे भतीजियां, जवाई पुत्र पोतरे, दोते दोतियां, की अज सब दे मन विच की आ रहा है, मैं इउं पढ़दा हुन्ना, सुनो प्रेम नाल। धी तां जदों सहुरे घरों पेके घर आउंदी है ना, उहदा सब तो पहला ख्याल जांदा भी जाके माँ नूं मिलांगी। माँ जदों गलवकड़ी अपना पाउंदी है ना, धी नूं सारे दुख भुल जांदी है, जिन्ने मर्जी दुख होण धी दे, सारे दुख भुल जाती है। माँ भुला भी दिंदी है, माँ दे कोल ये ताकत है। पर अज रंगले सज्जणा बाजों बेड़ा सुन्ना लगदा ए, धी तेरी दा तेरे बाजों चेतना लगदा ए। माँ धी तेरी दा तेरे बाजों चेतना लगदा ए। रंगले सजना बाजो मेरा सुना लगदा ए। धी तेरी दा तेरे बाजो चेतना लगदा ए। माँ धी तेरी दा तेरे बाजो चेतना लगदा ए। रंगले सजना बाजो बेड़ा सुनना लगदा ए। पुत तेरे दा तेरे बाजों जी ना लगदा। माँ पुत तेरे दा तेरे बाजों चेतना लगदा ए। रंगले सजना बाजों बेड़ा सुनना लगदा ए। पुत तेरे दा तेरे बाजों जी ना लगदा ए। माँ पुत तेरे दा तेरे बाजों चेतना लगदा ए। मामा हुंदियां ने ठंडियां छावां बई, मामा कौन करे। ओ मामा हुंदियां ने ठंडियां छावां, छावां कौन करे। मामा हुंदियां ने ठंडियां छावां, छावां कौन करे। ओ मामा हुंदियां ने ठंडियां छावां, छावां कौन करे। देखो प्रेम की गल है, प्यार की गल है। मेरे नाल ये घटना वापर चुकी है। जदों मेरी सस माँ ये दुनिया तो गई, मैं गुरु की हजूरी विच कहना भाणा मनना है, हुक्म विच रहना है, रजा विच रहना है। पर गुरमुखो एक बारी मेरे अंदर नूं हिला के तुर गई मेरी सस माँ। भाई बेअंत सिंह ते भाई कुलविंदर सिंह माता जी दे जवाई। एक माण वाली गल है, जदों मैनू बेअंत सिंह ने फोन किया, कहते बाबा जी बेअंत सिंह मैनू फोन करते रहते हैं 2-4 दिनों बाद, 10 दिनों बाद। मैं सोचा भी शायद उस तरह ही फोन किया होना। मैं कुछ हस के गल की, बेअंत सिंह होर परिवार बाल बच्चा सब ठीक है, कित्थे हो, की करते हो, आप इसे तरह ही पुछते हैं ना। पर गला भर गया, बेअंत सिंह का गला भर गया। मैं एकदम समझ गया भी जरूर कोई भाणा वापर गया। एकदम मैं सीरीयस होकर पूछया, बेअंत सिंह पहला मैनू गल दस, जिहड़ी गल इन्हां ने आखी ना, इनू जिंदगी कहंदे ने। कहंदे बाबा जी मेरा रब तुर गया संसार तो, आखो सतनाम श्री वाहिगुरू। इन्हां ने जो गल आखी मेरे कन्न विच पई, मेरा रब तुर गया संसार तो। वो धीआं नूं दुख किवें ना होवे। एक जवाई पुत मैनू जिंदगी विच कहंदे इन्ना प्यार कितों नहीं मिलिया जिन्ना मैनू मेरी सस माँ ने प्यार दिता। कुलविंदर सिंह ते बेअंत सिंह सबूत बैठे ने तुहाडे कोले। इनू एक चंगी सेहत चंगा जीवन कहंदे ने। बाबा जी मेरा रब तुर गया, मेरी सस माँ तुर गई संसार तो।
ਉਹਨਾਂ ਬਿਨਾਂ ਸਾਡਾ ਸਭ ਕੁਝ ਲੁੱਟਿਆ ਗਿਆ। ਉਹਨਾਂ ਤੋਂ ਬਗੈਰ ਹੁਣ ਮੇਰਾ ਜੀ ਨਹੀਂ ਕਰਨਾ। ਮੇਰੇ ਸਹੁਰੇ ਘਰ ਮੈਂ ਕਿਵੇਂ ਜਾਵਾਂਗਾ, ਮੈਨੂੰ ਵੱਢ ਵੱਢ ਕੇ ਵਿਹੜਾ ਖਾਵੇਗਾ, ਮੈਂ ਕਿਵੇਂ ਕਰਾਂ। ਫਿਰ ਗੁਰਮੁਖੋ ਹੌਸਲਾ ਦੇਣਾ ਇਹ ਆਪਣਾ ਫਰਜ਼ ਹੈ। ਹੌਸਲਾ ਦਿੱਤਾ, ਬੇਅੰਤ ਸਿਆਂ ਤੂੰ ਤਕੜਾ ਹੋ। ਇੰਨੇ ਗੁਣਾਂ ਵਾਲੀ, ਇੰਨਾ ਨੇਕ ਸੁਭਾਅ, ਇੰਨਾ ਚੰਗਾ ਸੁਭਾਅ ਹੋਣਾ ਗੁਰਮੁਖੋ, ਇਹ ਵਾਹਿਗੁਰੂ ਦੇ ਘਰੋਂ ਗੁਣ ਮਿਲਦੇ ਨੇ। ਐਡੇ ਵੱਡੇ ਗੁਣਾਂ ਦਾ ਖਜ਼ਾਨਾ ਆਪਣੇ ਕੋਲੋਂ ਵਿਛੜ ਗਿਆ। ਕਰੀਏ ਤਾਂ ਕੀ ਕਰੀਏ ਵਾਹਿਗੁਰੂ, ਜੋ ਤੁਹਾਨੂੰ ਭਾਇਆ ਅਸੀਂ ਦਿਲ 'ਤੇ ਪੱਥਰ ਰੱਖ ਕੇ ਆਪ ਜੀ ਦੇ ਭਾਣੇ ਨੂੰ ਸਵੀਕਾਰ ਕਰਦੇ ਹਾਂ, ਆਪ ਜੀ ਦੇ ਭਾਣੇ ਨੂੰ ਸੀਸ ਝੁਕਾਉਂਦੇ ਹਾਂ। ਸਤਿਗੁਰੂ ਜੀ ਕਿਰਪਾ ਕਰਿਓ, ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ ਦੇਣਾ। ਪਿੱਛੇ ਸਮੁੱਚੇ ਬਰਾੜ ਪਰਿਵਾਰ ਨੂੰ, ਛੋਟੇ ਤੋਂ ਲੈ ਕੇ ਵੱਡਿਆਂ ਤੱਕ, ਰਿਸ਼ਤੇਦਾਰਾਂ ਨੂੰ, ਸਕੇ ਸੰਬੰਧੀਆਂ ਨੂੰ, ਪੇਕੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ। ਅੱਗੇ ਤੋਂ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ। ਮੈਨੂੰ ਇੱਥੇ ਆਉਣ ਵਾਸਤੇ ਮਾਤਾ ਜੀ ਦੇ ਵੱਡੇ ਜਵਾਈ ਭਾਈ ਬੇਅੰਤ ਸਿੰਘ ਜੀਆਂ ਨੇ ਹੁਕਮ ਕੀਤਾ। ਮੈਂ ਕਿਹੜੇ ਸ਼ਬਦਾਂ ਨਾਲ ਉਹਨਾਂ ਦਾ ਧੰਨਵਾਦ ਕਰਾਂ, ਕਿਉਂਕਿ ਸੰਗਤ ਨੂੰ ਨਹੀਂ ਪਤਾ ਹੁੰਦਾ ਮੇਰਾ ਜਿਹੜਾ ਸਫ਼ਰ ਹੈ ਇੱਥੋਂ 355 ਕਿਲੋਮੀਟਰ ਹੈ। ਕੋਈ ਸ਼ਬਦ ਪਿਆਰ, ਇੱਕ ਪਿਆਰ ਜਿਹੜਾ ਹੁੰਦਾ ਨਾ, ਪਿਆਰ ਨੂੰ ਤੋਲਣ ਵਾਲੀ ਤੱਕੜੀ ਨਹੀਂ ਕੋਈ ਬਣੀ, ਦੁੱਖ ਨੂੰ ਮਾਪਣ ਵਾਲਾ ਕੋਈ ਗੱਜ ਨਹੀਂ ਬਣਿਆ। ਇਹ ਇਹਨਾਂ ਦਾ ਪਿਆਰ ਹੈ। ਉਸ ਪਿਆਰ ਦੀ ਬਦੌਲਤ ਮੈਂ ਇੰਨਾ ਹੀ ਆਖ ਸਕਦਾ, ਸੱਚੇ ਪਾਤਸ਼ਾਹ ਇਹਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ। 355 ਕਿਲੋਮੀਟਰ ਸਫ਼ਰ ਹੈ ਨਾ ਜਿਹੜਾ, ਆਉਣ ਜਾਣ ਦਾ 700 ਕਿਲੋਮੀਟਰ ਹੋ ਗਿਆ। ਅਸੀਂ ਮਾਨਸਾ ਜ਼ਿਲ੍ਹੇ ਤੋਂ ਆਏ ਹਾਂ। ਮਾਨਸਾ ਜ਼ਿਲ੍ਹੇ ਦੇ ਵਿੱਚ ਛੋਟਾ ਜਿਹਾ ਸ਼ਹਿਰ ਹੈ ਬਰੇਟਾ ਸ਼ਹਿਰ, ਉਧਰ ਹਰਿਆਣੇ ਦਾ ਪਿੰਡ ਹੈ ਜਾਖਲ, ਇਹਨਾਂ ਦੇ ਵਿਚਕਾਰ ਜੇ ਸਾਡਾ ਪਿੰਡ ਹੈ ਖੁਡਾਲ। ਅਤੇ ਅੱਜ ਜਿਹੜੀ ਆਪਾਂ ਰਿਕਾਰਡਿੰਗ ਕੀਤੀ ਹੈ ਨਾ, ਇਸ ਦੀਵਾਨ ਦੀ ਸਾਰੀ ਰਿਕਾਰਡਿੰਗ ਹੈ A to Z ਸਾਰੀ ਕੀਤੀ ਹੈ ਨਾ, ਸਾਰੀ ਰਿਕਾਰਡਿੰਗ ਹੈ। ਤੁਸੀਂ ਰਿਸ਼ਤੇਦਾਰ ਬੈਠੇ ਹੋ, ਮੈਨੂੰ ਪਤਾ ਹੈ ਵੀ ਹੁੰਦਾ ਵੀ ਇਹ ਆਪਾਂ ਦੁਬਾਰਾ ਸੁਣ ਸਕਦੇ। ਜਿਹੜੇ SDM ਨੂੰ ਸਸਪੈਂਡ ਨਹੀਂ ਕਰਦੇ ਉਹ ਕਾਲੇ ਕਾਨੂੰਨ ਰੱਦ ਕਿਵੇਂ ਕਰ ਦੇਣਗੇ? ਇਹ ਤਾਂ 21 ਨੂੰ 31 ਪਾਉਣੀ ਪਊਗੀ, ਫਿਰ ਲੋਟ ਆਊਗਾ, ਕੰਮ ਸਾਰਾ ਹੋ ਜਾਊਗਾ, ਸਾਰਾ ਕੁਝ। ਕੋਈ ਗੱਲ ਨਹੀਂ, ਫਿਕਰ ਨਾ ਕਰੋ, ਸਾਰਾ ਠੀਕ ਹੋ ਜੂ। ਅਤੇ ਜਿਤਨਾ ਚਿਰ ਨਿਮਰਤਾ ਹੈ ਓਨਾ ਚਿਰ ਨਿਮਰਤਾ ਹੈ। ਫਿਰ ਜਦੋਂ ਆਪਣੇ ਕੋਈ ਬਹੁਤ ਹੀ ਉੱਤੋਂ ਦੀ ਜਾਵੇ, ਆਪਾਂ ਕਹਿੰਦੇ ਫਿਰ ਆ ਜਾ, ਮੇਰੇ ਕਿਹੜਾ ਚੂੜੀਆਂ ਪਾਈਆਂ ਨੇ, ਉਹ ਫਿਰ ਇਹਨਾਂ ਨੂੰ ਦੇਖਣਾ ਪੈਣਾ। ਉਹ ਲੱਗਦਾ ਹੈ ਵੀ ਉਹ ਸਮਾਂ ਇਹ ਦਿਖਾਉਣਗੇ। ਨਹੀਂ ਤਾਂ ਆਪਾਂ ਤਾਂ ਸੁਲ੍ਹਾ ਨਾਲ ਬੈਠੇ ਸੀ ਨਾ, ਆਪਾਂ ਤਾਂ ਬੈਠੇ ਹਾਂ ਪਿਆਰ ਨਾਲ ਵੀ ਮੰਨ ਲਓ ਮੰਨ ਲਓ। ਇਹਨਾਂ ਨੇ ਸੋਚਿਆ ਵੀ ਇਹ ਤਾਂ ਮੰਗਤੇ ਨੇ। ਖੈਰ ਮੇਰੇ ਕੋਲ ਉਹ ਸਮਾਂ ਨਹੀਂ ਹੈ। ਕਿਸਾਨੀ 'ਤੇ ਦਾਸ ਬਹੁਤ ਬੋਲਦਾ, ਮੈਨੂੰ 1.5 ਸਾਲ ਹੋ ਗਿਆ ਕਿਸਾਨੀ 'ਤੇ ਬੋਲਦੇ ਨੂੰ। ਕੋਈ ਐਸਾ ਮੇਰਾ ਕੀਰਤਨ ਨਹੀਂ। ਜਦੋਂ ਤੁਸੀਂ YouTube ਸਰਚ ਕਰੋਗੇ, ਮੇਰੀਆਂ 40 ਆਡੀਓ ਵੀਡੀਓ ਪਈਆਂ ਹੋਈਆਂ ਨੇ ਚੈਨਲ 'ਤੇ, ਜਿਹੜਾ ਮਰਜ਼ੀ ਤੁਸੀਂ ਸੁਣੋਗੇ ਨਾ ਉਹਦੇ 'ਤੇ ਕਿਸਾਨੀ ਬਾਰੇ ਬੋਲਿਆ ਹੀ ਹੋਇਆ। ਤਾਂ ਫਿਰ ਉਹ YouTube ਤੁਸੀਂ ਸਰਚ ਕਰੋਗੇ, ਪੜ੍ਹੇ ਲਿਖੇ ਬੱਚੇ ਨੇ ਉਹਨਾਂ ਤੋਂ ਕਰਵਾ ਲਿਓ। ਨਾ ਪਤਾ ਲੱਗੇ, ਤੁਹਾਡੇ ਕੋਲੇ ਮੇਰਾ ਕਾਰਡ ਹੋਵੇਗਾ ਅਤੇ ਕਾਰਡ ਤੋਂ ਤੁਸੀਂ ਫ਼ੋਨ ਕਰ ਲਿਓ ਅਤੇ ਫ਼ੋਨ ਤੋਂ ਅਸੀਂ ਤੁਹਾਨੂੰ ਦੱਸ ਦਿਆਂਗੇ ਵੀ ਇਸ ਤਰ੍ਹਾਂ ਕਰ ਲਓ। YouTube 'ਤੇ ਬਾਬਾ ਬਲਵਿੰਦਰ ਸਿੰਘ ਖੁਡਾਲ ਭਰ ਕੇ ਇਹ ਅਸੀਂ ਅੱਜ ਹੀ ਪਾ ਦੇਣੀ ਆ ਆਡੀਓ ਅੱਜ ਵਾਲੇ ਦੀਵਾਨ ਦੀ। ਤੁਸੀਂ ਰਿਸ਼ਤੇਦਾਰ ਨੂੰ ਸਾਰੇ, ਬਹੁਤ ਦੂਰ ਤੋਂ ਵੀ ਆਏ ਹੋ, ਨੇੜਿਓਂ ਵੀ ਆਏ ਹੋ, ਅਤੇ ਆਪਾਂ ਸਾਰਿਆਂ ਨੇ ਸਮਿਆਂ 'ਤੇ ਪਹੁੰਚਣਾ ਵੀ ਹੁੰਦਾ। ਇਸ ਕਰਕੇ ਦਾਸ ਹੁਣ ਬੇਅੰਤ ਭੁੱਲਾਂ ਦੀ ਖਿਮਾ ਮੰਗਦਾ ਹੈ। ਆਪਾਂ ਰਲ ਕੇ ਅਰਦਾਸ ਕਰੀਏ, ਪਾਤਸ਼ਾਹ ਸਾਡੀ ਭੈਣ ਨੂੰ, ਉਹਨਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਦੁੱਖ ਦੀ ਘੜੀ ਵਿੱਚ ਆ ਕਰਦਿਆ ਕਰੋ। ਜੇ ਕਦੇ ਗੁੱਸੇ ਗਿੱਲੇ ਹੋ ਕੇ ਆਪਾਂ ਮਾਂ ਪਿਓ ਨੂੰ ਬੁਲਾਉਣਾ ਬੰਦ ਕਰ ਦਿੰਦੇ ਆ ਨਾ, ਅੱਜ ਮੇਰੀ ਭੈਣ ਦੀ ਅੰਤਮ ਅਰਦਾਸ 'ਤੇ ਪਰਨ ਕਰਕੇ ਜਾਇਓ। ਜਾਂਦਿਆਂ ਸਾਰ ਨੂੰ ਸੱਸ ਨੂੰ ਬੁਲਾ ਲਵੇ, ਅਤੇ ਸੱਸ ਨੂੰਹ ਨੂੰ ਬੁਲਾ ਲਵੇ, ਪੁੱਤ ਪਿਓ ਨੂੰ ਬੁਲਾ ਲਵੇ, ਭੈਣ ਭਰਾ ਨੂੰ ਬੁਲਾ ਲਵੇ। ਜੇ ਕਿਸੇ ਦਾ ਬੋਲਣਾ ਬੰਦ ਹੈ ਨਾ, ਅੱਜ ਤੋਂ ਬਾਅਦ ਬੋਲਣਾ ਸ਼ੁਰੂ ਕਰ ਦਿਓ। 4 ਦਿਨਾਂ ਦੀ ਖੇਡ ਆ, ਉਹ ਪਤਾ ਨਹੀਂ ਕਦੋਂ ਤੁਰ ਜਾਣਾ। ਕਾਹਨੂੰ ਬੈਰ ਬੰਨ੍ਹਦੇ ਹੋ? ਬੁਲਾਇਆ ਕਰੋ, ਇੱਕ ਦੂਜੇ ਨੂੰ ਸਤਿਕਾਰ ਦਿਆ ਕਰੋ, ਪਿਆਰ ਕਰਿਆ ਕਰੋ। ਮਾਂ ਪਿਓ ਦੀ ਜਿੰਨਾ ਸੇਵਾ ਕਰ ਲਓਗੇ, ਰੱਬ ਨੇ ਤੋਟ ਨਹੀਂ ਕੋਈ ਛੱਡਣੀ। ਰੱਜ ਰੱਜ ਕੇ ਸੇਵਾ ਕਰੋ ਮਾਂ ਪਿਓ ਦੀ। ਸਮਾਂ ਨਹੀਂ ਮੇਰੇ ਕੋਲੇ, ਮੈਂ ਮਾਂ ਪਿਓ ਦੀ ਸੇਵਾ 'ਤੇ ਬਹੁਤ ਬੋਲਦਾ ਹੁੰਦਾ। ਆਓ ਜੀ ਸਾਰੀ ਸੰਗਤ।